तो अज आप स्पैशल परपज़ मशीनस के बारे पढ़ांगे। स्पैशल परपज़ मशीनस ने जिहड़ियां ये पर्टिकुलर जॉब ਨੂੰ परफॉर्म करने ਲਈ स्पैशली डिज़ाइन कीतियां ਹੁੰਦੀਆਂ ਨੇ और इन्हां चों पहली जिहड़ी मशीन है ਉਹਦਾ नाम है सर्वो मोटर्स। सर्वो मोटर्स के बारे अज आप डिस्कस करांगे। ऑडिबल है आवाज़ तुहानूं? ठीक है, ओके। तो सर्वो मोटर्स ਦੇ ਵਿੱਚ ਕੁਝ ਟਰਮਸ ਆਪਾਂ ਨੇ ਯੂਜ਼ ਕਰਨੀਆਂ ਨੇ, ਪਹਿਲਾਂ ਉਹਨਾਂ ਨੂੰ ਡਿਸਕਸ ਕਰਾਂਗੇ। ਪਹਿਲੀ ਹੈ ਫੀਡਬੈਕ ਕੰਟਰੋਲ ਸਿਸਟਮ। ਫੀਡਬੈਕ ਕੰਟਰੋਲ ਸਿਸਟਮ ਕੀ ਹੁੰਦਾ ਹੈ? ਸ਼ਾਇਦ ਤੁਸੀਂ ਇਲੈਕਟ੍ਰੋਨਿਕਸ ਦੇ ਵਿੱਚ ਥੋੜਾ ਬਹੁਤ ਪੜ੍ਹਿਆ ਵੀ ਹੋਣਾ, ਐਂਪਲੀਫਾਇਰਸ ਦੇ ਵਿੱਚ। ਆਊਟਪੁੱਟ ਤੋਂ ਸਿਗਨਲ ਲੈ ਕੇ ਉਹਨੂੰ ਇਨਪੁੱਟ ਦੇ ਨਾਲ ਕੰਪੇਅਰ ਕਰਦੇ ਆ। ਆਊਟਪੁੱਟ ਨੂੰ ਇਨਪੁੱਟ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ, ਫਿਰ ਉਹ ਜਿਹੜੀ ਦੋਨਾਂ ਦੇ ਵਿੱਚ ਡਿਫਰੈਂਸ ਆਉਂਦਾ ਉਹਨੂੰ ਅਸੀਂ ਕਹਿੰਦੇ ਹਾਂ ਐਰਰ। ਤੇ ਐਰਰ ਜਿਹੜੀ ਡਿਟੈਕਟ ਸਾਡੇ ਕੋਲੇ ਹੋ ਗਈ ਦੋਨਾਂ ਦੇ ਡਿਫਰੈਂਸ ਤੋਂ, ਦੋਨਾਂ ਰੈਫਰੈਂਸਿਸ ਤੋਂ ਜਿਹੜੀ ਐਰਰ ਸਾਡੇ ਕੋਲੇ ਮਿਲ ਗਈ, ਉਸ ਐਰਰ ਨੂੰ ਅਸੀਂ ਐਂਪਲੀਫਾਈ ਕਰਦੇ ਹਾਂ, ਕਿਉਂਕਿ ਐਰਰ ਬਹੁਤ ਸਮੋਲ ਹੁੰਦੀ ਹੈ, ਸਮੋਲ ਵੋਲਟੇਜ। ਐਂਪਲੀਫਾਇਰ ਲਾ ਕੇ ਐਂਪਲੀਫਾਈ ਕਰਦੇ ਹਾਂ ਉਸਨੂੰ। ਤਾਂ ਐਂਪਲੀਫਾਈਡ ਐਰਰ ਜਿਹੜੀ ਹੈ ਉਹਨੂੰ ਅਸੀਂ ਫਿਰ ਪੁੱਟ ਕਰਦੇ ਹਾਂ ਐਰਰ ਕੁਰੈਕਟਰ ਨੂੰ। ਜਿਹੜੇ ਸਿਸਟਮ ਨੇ ਐਰਰ ਨੂੰ ਕੁਰੈਕਟ ਕਰਨਾ, ਕਿਸ ਤਰ੍ਹਾਂ ਕਰਨਾ ਉਹ ਬਾਅਦ ਡਿਸਕਸ ਕਰਦੇ ਹਾਂ। ਤੇ ਜਿਹੜਾ ਐਰਰ ਨੂੰ ਠੀਕ ਕਰਨ ਵਾਲਾ ਸਿਸਟਮ ਹੈ ਉਹਨੂੰ ਅਸੀਂ ਐਰਰ ਜਿਹੜੀ ਹੈ ਉਹ ਐਂਪਲੀਫਾਈ ਕਰਕੇ ਅਪਲਾਈ ਕਰ ਦਿੰਦੇ ਹਾਂ। ਤਾਂ ਉਹਦੇ ਨਾਲ ਫਿਰ ਕੀ ਹੁੰਦਾ, ਜਿਹੜਾ ਆਊਟਪੁੱਟ ਹੈ ਉਹ ਕਰੈਕਟ ਹੋ ਜਾਂਦਾ ਹੈ। ਜਦੋਂ ਕਰੈਕਟ ਹੋ ਜਾਏਗਾ ਤਾਂ ਫਿਰ ਕੀ ਹੋਏਗਾ, ਜਿਹੜਾ ਡਿਫਰੈਂਸ ਹੈ ਸਾਡੇ ਕੋਲੇ ਦੋਨੋਂ ਰੈਫਰੈਂਸਿਸ ਦਾ, ਆਊਟਪੁੱਟ ਤੇ ਇਨਪੁੱਟ ਦਾ, ਇਹ ਦੋਨੋਂ ਦਾ ਜਿਹੜਾ ਡਿਫਰੈਂਸ ਹੈ ਕਰੈਕਟ ਹੋਣ ਦਾ ਮਤਲਬ ਕੀ ਹੈ ਕਿ ਇਹ ਘੱਟ ਹੋ ਜਾਏਗਾ ਡਿਫਰੈਂਸ, ਜਾਂ ਹੌਲੀ ਹੌਲੀ ਬਿਲਕੁਲ ਨਲ ਹੋ ਜਾਏਗਾ, ਜ਼ੀਰੋ ਹੋ ਜਾਏਗਾ। ਆਊਟਪੁੱਟ ਇਨਪੁੱਟ ਦੇ ਵਿੱਚ ਡਿਫਰੈਂਸ ਐਰਰ ਰਹਿ ਨਹੀਂ ਜਾਏਗਾ, ਜ਼ੀਰੋ ਹੋ ਜਾਏਗਾ। ਤਾਂ ਫਿਰ ਕਾਂਸਟੈਂਟ ਉੱਥੇ ਆਊਟਪੁੱਟ ਆਪਣਾ ਚੱਲਦਾ ਰਹੇਗਾ। ਇਜ਼ ਇਟ ਓਕੇ? ਫਿਰ ਇੱਕ ਵਾਰੀ ਰਿਪੀਟ ਕਰ ਦਿੰਦਾ ਮੈਂ, ਕਿਉਂਕਿ ਇਹ ਟਰਮ ਅਸੀਂ ਬਾਰ-ਬਾਰ ਯੂਜ਼ ਕਰਨੀ ਆ ਉਹਦੇ 'ਚ। ਫੀਡਬੈਕ ਕੰਟਰੋਲ ਸਿਸਟਮ। ਫੀਡਬੈਕ ਕੰਟਰੋਲ ਸਿਸਟਮ 'ਚ ਕੀ ਕਰਦੇ ਹਾਂ ਅਸੀਂ ਕਿ ਇੱਕ ਸਿਸਟਮ ਦਾ ਜਿਹੜਾ ਆਊਟਪੁੱਟ ਹੈ ਉਸ ਨੂੰ ਕੰਪੇਅਰ ਕਰਦੇ ਹਾਂ ਇਨਪੁੱਟ ਦੇ ਨਾਲ। ਦੋਨਾਂ ਦਾ ਜਿਹੜਾ ਕੰਪੈਰੀਜ਼ਨ ਆ ਗਿਆ ਉਹਨੂੰ ਅਸੀਂ ਨਾਮ ਦੇਤਾ ਐਰਰ ਦਾ, ਕਿ ਉਹਨਾਂ ਦੋਨਾਂ ਦੇ ਵਿੱਚ ਇੰਨੀ ਐਰਰ ਹੈ, ਇਨਪੁੱਟ ਤੇ ਆਊਟਪੁੱਟ ਦੇ ਰੈਫਰੈਂਸ ਲੈ ਕੇ ਦੋਨਾਂ ਦੀ। ਉਸ ਐਰਰ ਨੂੰ ਅਸੀਂ ਐਂਪਲੀਫਾਈ ਕਰਕੇ ਐਰਰ ਕੁਰੈਕਸ਼ਨ ਵਾਲਾ ਜਿਹੜਾ ਅਰੇਂਜਮੈਂਟ ਸਾਡਾ ਇਕਵਿਪਮੈਂਟ ਹੈ ਜਾਂ ਕੰਟਰੋਲਰ ਹੈ ਉਹਨੂੰ ਅਸੀਂ ਅਪਲਾਈ ਕਰ ਦਿੰਦੇ ਹਾਂ, ਤਾਂ ਐਰਰ ਰਿਮੂਵ ਹੋ ਜਾਂਦੀ ਹੈ। ਇਹਦਾ ਮਤਲਬ ਹੈ ਆਊਟਪੁੱਟ ਔਰ ਇਨਪੁੱਟ ਦੀ ਰੈਫਰੈਂਸ ਦੇ ਵਿੱਚ ਇੱਥੇ ਐਰਰ ਜ਼ੀਰੋ ਆ ਜਾਏਗੀ। ਤਾਂ ਫਿਰ ਆਊਟਪੁੱਟ ਦੀ ਕੁਆਂਟਿਟੀ ਸਾਡੇ ਕੋਲ ਉਨੀ ਫਿਕਸ ਚੱਲਦੀ ਰਹੇਗੀ। ਬਹੁਤ ਸੌਖਾ ਇਹਨੂੰ ਸਮਝਣ ਲਈ ਅਸੀਂ ਕੀ ਕਰ ਸਕਦੇ ਹਾਂ। ਮੰਨ ਲਓ ਵੀ ਜਿਹੜਾ ਇੱਥੇ ਸਾਡੇ ਕੋਲੇ ਆਊਟਪੁੱਟ ਹੈ ਇਹ ਵੋਲਟੇਜ ਹੈ ਇੱਕ ਸਟੈਬਲਾਈਜ਼ਰ ਦੀ, ਐਗਜ਼ਾਮਪਲ ਲੈ ਕੇ ਸਮਝ ਸਕਦੇ ਹਾਂ। ਜੇ ਵੋਲਟੇਜ ਵੱਧ ਗਈ, ਮੰਨ ਲਓ ਵੋਲਟੇਜ ਸਟੈਂਡਰਡ ਜਿੰਨੀ ਅਸੀਂ ਫਿਕਸ ਰੱਖਣੀ ਸੀ ਕਾਂਸਟੈਂਟ ਵੋਲਟੇਜ ਸਟੈਬਲਾਈਜ਼ਰ ਦੀ, ਉਹਦੇ ਤੋਂ ਜ਼ਿਆਦਾ ਹੋ ਗਈ, ਤਾਂ ਕੀ ਹੋਏਗਾ, ਆਊਟਪੁੱਟ ਜ਼ਿਆਦਾ ਹੋ ਗਿਆ। ਜਿਹੜਾ ਰੈਫਰੈਂਸ ਇਨਪੁੱਟ ਹੈ ਸਾਡਾ ਉਹਦੇ ਨਾਲੋਂ, ਰੈਫਰੈਂਸ ਨਾਲੋਂ ਆਊਟਪੁੱਟ ਜ਼ਿਆਦਾ ਹੋਣ ਕਰਕੇ ਕੀ ਹੈ, ਇੱਥੇ ਸਾਡੇ ਕੋਲ ਇੱਕ ਪਾਰਟੀਕੂਲਰ ਐਰਰ ਆ ਜਾਏਗੀ। ਉਹਨੂੰ ਐਂਪਲੀਫਾਈ ਕਰਕੇ ਅਸੀਂ ਕੁਰੈਕਸ਼ਨ ਅਰੇਂਜਮੈਂਟ ਵਾਲੇ ਸਿਸਟਮ ਨੂੰ ਲਗਾ ਦਿਆਂਗੇ। ਇਹਨੂੰ ਲਗਾਵਾਂਗੇ ਤਾਂ ਇਹ ਕੀ ਕਰੇਗਾ, ਉਹ ਵੋਲਟੇਜ ਨੂੰ ਘੱਟ ਕਰ ਦੇਗਾ। ਇਸ ਤਰ੍ਹਾਂ ਦਾ ਸਿਸਟਮ ਨੂੰ, ਮੈਕੈਨਿਜ਼ਮ ਨੂੰ ਆਪਰੇਟ ਕਰੇਗਾ ਕਿ ਉਹ ਵੋਲਟੇਜ ਨੂੰ ਘੱਟ ਕਰ ਦੇਗਾ, ਵੋਲਟੇਜ ਕਾਂਸਟੈਂਟ ਹੋਵੇ। ਇਹੀ ਰਿਪੀਟ ਹੋਏਗਾ ਕਿ ਅਗਰ ਸਾਡੀ ਵੋਲਟੇਜ ਘਟ ਜਾਏ ਤਾਂ ਐਰਰ ਨੈਗੇਟਿਵ ਆ ਜਾਏਗੀ। ਨੈਗੇਟਿਵ ਆ ਜਾਏਗੀ ਤਾਂ ਇਹ ਸਿਸਟਮ ਸਾਡੀ ਵੋਲਟੇਜ ਨੂੰ ਅਪ ਕਰ ਦੇਗਾ, ਪੂਰੀ ਕਰ ਦੇਗਾ। ਠੀਕ ਹੈ। ਹੋਰ ਸੌਖਾ ਸਮਝਣ ਲਈ ਕੀ ਕਰਦੇ ਆ, ਆਪਣੇ ਕੋਲੇ ਜੇ ਡਾਇਮਰਸਟੈਟ ਤੁਸੀਂ ਲੱਗਿਆ ਦੇਖਿਆ ਲੈਬ ਦੇ ਵਿੱਚ, ਵੋਲਟੇਜ ਵਧਾਣੀ ਹੁੰਦੀ ਆਪਾਂ ਉਹਨੂੰ ਇੱਕ ਪਾਸੇ ਨੂੰ ਘੁਮਾ ਦਿੰਦੇ ਆ, ਜੇ ਘਟਾਣੀ ਹੁੰਦੀ ਹੈ ਦੂਜੇ ਪਾਸੇ ਨੂੰ ਘੁਮਾ ਦਿੰਦੇ ਆ। ਠੀਕ ਹੈ, ਇਹੀ ਕਰਦੇ ਆ ਨਾ ਆਪਾਂ। ਤਾਂ ਜੇ ਉਹੀ ਕੰਮ ਆਪਾਂ ਇੱਕ ਮੋਟਰ ਤੋਂ ਲਈਏ ਤੇ ਉਹ ਮੋਟਰ ਨੂੰ ਕੰਟਰੋਲ ਕੌਣ ਕਰੇ, ਆ ਕੰਟਰੋਲਰ ਜਿਹੜਾ ਲੱਗਿਆ ਹੋਇਆ, ਜਿਹਨੂੰ ਅਸੀਂ ਐਰਰ ਸਿਗਨਲ ਦੇ ਰਹੇ ਹਾਂ ਵੀ ਆਊਟਪੁੱਟ ਵੋਲਟੇਜ ਵੱਧ ਰਹੀ ਹੈ ਕਿ ਘਟ ਰਹੀ ਹੈ, ਉਹਦਾ ਐਰਰ ਸਿਗਨਲ ਇੱਥੇ ਦੇ ਰਹੇ ਹਾਂ ਐਂਪਲੀਫਾਈ ਕਰਕੇ। ਇਹ ਕਰੈਕਟ ਅਰੇਂਜਮੈਂਟ ਕੀ ਹੈ, ਇਹ ਮੋਟਰ ਹੈ।
ਇਹ ਮੋਟਰ ਉਸ ਨੂੰ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਉਹਨਾਂ ਕੁ ਘੁਮਾ ਦਿੰਦੀ ਹੈ ਕਿ ਸਾਡੇ ਕੋਲੇ ਆਊਟਪੁੱਟ ਵੋਲਟੇਜ ਫਿਕਸ ਆ ਜੇ। ਠੀਕ ਜੀ, ਓਕੇ। ਤਾਂ ਫਿਰ ਇਹ ਮੋਟਰ ਜਿਹੜੀ ਹੋਊਗੀ ਉਹਨੂੰ ਆਪਾਂ ਕਹਾਂਗੇ ਸਰਵੋ ਮੋਟਰ, ਤੇ ਜਿਹੜਾ ਇਹ ਸਿਸਟਮ ਹੈ ਇਹਨੂੰ ਕਹਾਂਗੇ ਫੀਡਬੈਕ ਕੰਟਰੋਲ ਸਿਸਟਮ, ਕਿ ਆਊਟਪੁੱਟ ਦੀ ਫੀਡਬੈਕ ਹੀ ਦੇ ਕੇ ਅਸੀਂ ਆਊਟਪੁੱਟ ਨੂੰ ਹੀ ਕੰਟਰੋਲ ਕਰ ਰਹੇ ਹਾਂ। ਜੀ ਓਕੇ, ਸਮਝ ਆ ਗਈ ਫੀਡਬੈਕ ਕੰਟਰੋਲ ਸਿਸਟਮ ਕੀ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ। ਇਸ ਤੋਂ ਇੱਕ ਤਾਂ ਇਹ ਟਰਮ ਸਾਡੀ ਯੂਜ਼ ਹੋਏਗੀ ਫੀਡਬੈਕ ਕੰਟਰੋਲ ਸਿਸਟਮ, ਦੂਸਰਾ ਹੈ ਸਰਵੋ ਮੈਕੈਨਿਜ਼ਮ ਕੀ ਹੈ। ਥੋੜਾ ਜਿਹਾ ਤਾਂ ਆਪਾਂ ਡਿਸਕਸ ਕਰ ਹੀ ਲਿਆ ਹੈ। ਸਰਵੋ ਮੈਕੈਨਿਜ਼ਮ ਕੀ ਹੈ ਕਿ ਫੀਡਬੈਕ ਕੰਟਰੋਲ ਸਿਸਟਮ ਜਿਹੜਾ ਆਪਾਂ ਹੁਣੇ ਡਿਸਕਸ ਕੀਤਾ, ਜਿਹਦੇ 'ਚ ਅਸੀਂ ਕੰਪੇਅਰ ਕਰਦੇ ਹਾਂ ਆਊਟਪੁੱਟ ਨੂੰ ਇਨਪੁੱਟ ਦੇ ਨਾਲ, ਤੇ ਜਿਹੜਾ ਕੰਟਰੋਲਡ ਵੇਰੀਏਬਲ ਹੈ ਜਦੋਂ ਉਹਨੂੰ ਅਸੀਂ ਮਕੈਨੀਕਲੀ ਪੋਜੀਸ਼ਨ ਕਰ ਦਿੰਦੇ ਹਾਂ, ਜਿਵੇਂ ਆਪਾਂ ਹੁਣੇ ਐਗਜ਼ਾਮਪਲ ਲਈ ਸੀ ਕਿ ਉਹਨੂੰ ਘੁਮਾ ਦਿੱਤਾ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਡਾਇਮਰਸਟੈਟ ਨੂੰ ਵੋਲਟੇਜ ਚੇਂਜ ਕਰਨ ਲਈ, ਤਾਂ ਉਹ ਐਡਜਸਟ ਕਰ ਲਏ ਆਪਣੇ ਟਾਈਮ ਡੈਰੀਵੇਟਿਵ ਦੇ ਨਾਲ, ਵੀ ਜਿੰਨਾ ਜਿੰਨਾ ਵੋਲਟੇਜ ਵੱਧਦੀ ਹੈ ਤਾਂ ਇੱਕ ਪਾਸੇ ਨੂੰ ਮੂਵ ਕਰ ਜੇ, ਘਟਦੀ ਹੈ ਤਾਂ ਦੂਜੇ ਪਾਸੇ ਨੂੰ ਮੂਵ ਕਰ ਜੇ ਮੋਟਰ ਦੀ ਹੈਲਪ ਦੇ ਨਾਲ। ਠੀਕ ਹੈ, ਤਾਂ ਉਹ ਮੈਕੈਨਿਜ਼ਮ ਨੂੰ ਅਸੀਂ ਕਹਾਂਗੇ ਸਰਵੋ ਮੈਕੈਨਿਜ਼ਮ। ਜਿਵੇਂ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ, ਆਹ ਇੱਕ ਮੋਟਰ ਲੱਗੀ ਹੋਈ ਹੈ ਛੋਟੀ ਜੀ, ਇਹ ਮੋਟਰ ਕਿਹੜੀ ਹੈ, ਸਰਵੋ ਮੋਟਰ ਹੈ। ਠੀਕ ਹੈ, ਇਹ ਮੋਟਰ ਨੇ ਰੋਟੇਟ ਕਰਨਾ ਹੈ, ਆ ਗੀਅਰਸ ਨੂੰ ਅੱਗੇ ਗੀਅਰ ਦੇ ਥਰੂ ਆਹ ਸਿਸਟਮ ਨੇ ਰੋਟੇਟ ਹੋਣਾ। ਠੀਕ ਹੈ, ਇਹ ਸਿਸਟਮ ਕਿਸ ਚੀਜ਼ ਨੂੰ ਰੋਟੇਟ ਕਰੇਗਾ, ਮੰਨ ਲਓ ਵੋਲਟੇਜ ਕੰਟਰੋਲ ਕਰ ਰਹੇ ਹਾਂ ਆਪਾਂ ਸਟੈਬਲਾਈਜ਼ਰ ਦੀ ਆਊਟਪੁੱਟ, ਹੈ ਨਾ, ਤਾਂ ਉਹਨੂੰ ਵੋਲਟੇਜ ਨੂੰ ਦੇ ਟਰਾਂਸਫਾਰਮਰ ਦੇ ਵਿੱਚ ਜਿਹੜਾ ਸਾਡੇ ਕੋਲ ਆਟੋ ਟਰਾਂਸਫਾਰਮਰ ਲੱਗਿਆ ਉਹਦੀਆਂ ਟਰਨਸ ਨੂੰ ਚੇਂਜ ਕਰੇਗਾ ਇਹ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਰੋਟੇਟ ਕਰਕੇ। ਜੇ ਤਾਂ ਸਾਡੀ ਵੋਲਟੇਜ ਵੱਧ ਜਾਏਗੀ ਸਟੈਂਡਰਡ ਨਾਲੋਂ ਤਾਂ ਇਹ ਮੋਟਰ ਇੱਕ ਡਾਇਰੈਕਸ਼ਨ 'ਚ ਘੁੰਮੇਗੀ, ਜਿਹਦੇ ਨਾਲ ਇਹ ਵੋਲਟੇਜ ਘਟਾਉਣ ਦਾ ਕੰਮ ਕਰੇਗਾ, ਇੱਧਰ ਨੂੰ ਘੁੰਮ ਜਾਏਗਾ। ਜੇ ਵੋਲਟੇਜ ਸਾਡੀ ਘਟ ਜਾਏਗੀ ਤਾਂ ਇਹ ਮੋਟਰ ਉਦੋਂ ਆਪੋਜਿਟ ਡਾਇਰੈਕਸ਼ਨ 'ਚ ਰੋਟੇਟ ਕਰੇਗੀ, ਸਿਗਨਲ ਇਸ ਤਰ੍ਹਾਂ ਦਾ ਜਾਏਗਾ, ਇਹਨੂੰ ਵੋਲਟੇਜ ਇਸ ਤਰ੍ਹਾਂ ਦੀ ਮਿਲੇਗੀ, ਤੇ ਫਿਰ ਇਹ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਰੋਟੇਟ ਕਰ ਜਾਏਗਾ ਸਿਸਟਮ। ਇਜ਼ ਇਟ ਓਕੇ। ਤਾਂ ਇਹ ਜਿਹੜੀ ਸ਼ਾਫਟ ਆਪਣੇ ਕੋਲੇ ਆ ਦਿਸਦੀ ਹੈ, ਇਹਦੇ ਨਾਲ ਆਪਾਂ ਆਪਣੇ ਜਿਹੜਾ ਵੋਲਟੇਜ ਸਟੈਬਲਾਈਜ਼ਰ ਦਾ ਟਰਾਂਸਫਾਰਮਰ ਹੈ, ਆਟੋ ਟਰਾਂਸਫਾਰਮਰ, ਉਹਦੀ ਸ਼ਾਫਟ ਲਾ ਦਾਂਗੇ ਤਾਂ ਇਹ ਸਾਡਾ ਵੋਲਟੇਜ ਸਟੈਬਲਾਈਜ਼ਰ ਬਣ ਜਾਏਗਾ ਯੂਜ਼ਿੰਗ ਸਰਵੋ ਮੋਟਰ। ਇਹ ਮੈਕੈਨਿਜ਼ਮ ਹੁੰਦਾ ਹੈ। ਠੀਕ ਹੈ, ਸਮਝ ਆ ਰਹੀ ਗੱਲ ਦੀ। ਓਕੇ, ਚਲੋ ਹੁਣ ਆਪਾਂ ਅਸਲੀ ਆਪਣੀ ਕੰਮ ਦੀ ਗੱਲ ਤੇ ਚੱਲਦੇ ਹਾਂ, ਵੀ ਇਹਨੂੰ ਯੂਜ਼ ਕਿੱਥੇ ਕਿੱਥੇ ਕਰਦੇ ਆ। ਵੋਲਟੇਜ ਕੰਟਰੋਲ ਕਰਨ ਲਈ, ਜਿਵੇਂ ਹੁਣ ਆਪਾਂ ਨੇ ਡਿਸਕਸ ਕੀਤਾ, ਸਪੀਡ ਕੰਟਰੋਲ ਕਰਨੀ ਹੈ, ਕਿਸੇ ਚੀਜ਼ ਦੀ ਸਪੀਡ ਵੱਧ ਰਹੀ ਹੈ ਤਾਂ ਇਹ ਮੋਟਰ ਸਿਗਨਲ ਇਸ ਤਰ੍ਹਾਂ ਦਾ ਦੇ ਦੇਗੀ ਕਿ ਸਪੀਡ ਸਾਡਾ ਐਕਸੀਲੇਟਰ ਜਿਵੇਂ ਦਿੰਦੇ ਆ ਉਹਨੂੰ ਘਟਾ ਦੇਵੇ, ਘਟ ਰਹੀ ਹੈ ਤਾਂ ਵਧਾ ਦੇਵੇ, ਕਾਂਸਟੈਂਟ ਸਪੀਡ ਮਿਲ ਜਾਏਗੀ। ਟੈਂਪਰੇਚਰ ਨੂੰ ਕੰਟਰੋਲ ਕਰਨਾ ਹੈ, ਉੱਥੇ ਵੀ ਅਸੀਂ ਇਹ ਮੋਟਰ ਯੂਜ਼ ਕਰ ਸਕਦੇ ਹਾਂ। ਪੋਜੀਸ਼ਨ ਕੰਟਰੋਲ ਕਰਨੀ ਹੈ, ਡਾਇਰੈਕਸ਼ਨ ਕੰਟਰੋਲ ਕਰਨੀ ਹੈ, ਟਾਰਕ ਕੰਟਰੋਲ ਕਰਨੀ ਹੈ। ਤਾਂ ਮਤਲਬ ਕਿਸੇ ਵੀ ਅਸੀਂ ਕੁਆਂਟਿਟੀ ਨੂੰ ਕੰਟਰੋਲ ਕਰਨਾ ਹੈ, ਕਾਂਸਟੈਂਟ ਰੱਖਣਾ ਹੈ, ਤਾਂ ਫਿਰ ਕਿਹੜਾ ਸਿਸਟਮ ਯੂਜ਼ ਕਰਾਂਗੇ, ਸਰਵੋ ਮੈਕੈਨਿਜ਼ਮ। ਔਰ ਉਹਦੇ ਵਿੱਚ ਯੂਜ਼ ਹੋਣਗੀਆਂ ਸਾਡੀਆਂ ਜਿਹੜੀਆਂ ਅਸੀਂ ਹੁਣ ਪੜ੍ਹਨ ਲੱਗੇ ਹਾਂ, ਸਰਵੋ ਮੋਟਰਸ। ਇਜ਼ ਇਟ ਓਕੇ। ਅੱਛਾ, ਹੁਣ ਅਸੀਂ ਆਪਾਂ ਡੈਫੀਨੇਸ਼ਨ ਤੇ ਆਨੇ ਆਪਣੀ, ਵੀ ਸਰਵੋ ਮੋਟਰ ਕਿਹਨੂੰ ਕਹਿੰਦੇ ਆ। ਹੁਣ ਤੱਕ ਆਪਾਂ ਪੜ੍ਹ ਲਿਆ ਸਰਵੋ ਮੋਟਰ ਕਿਹੜੀਆਂ ਨੇ। ਸਰਵੋ ਮੋਟਰਸ ਆਰ ਦਾ ਮੋਟਰਸ which respond to the error signal abruptly ਦਾ ਮਤਲਬ ਇੱਕਦਮ, ਜਰਾ ਕਿ ਜਿੰਨੀ ਵੋਲਟੇਜ ਘਟੀ ਨਾਲ ਹੀ ਇਹਨੇ ਮੋਟਰ ਨੇ ਆਪਰੇਟ ਕਰਕੇ ਵੋਲਟੇਜ ਉਸ ਦੀ ਸਿਸਟਮ ਦੀ ਵਧਾ ਦੇਣੀ, ਜਾਂ ਜਿਹੜੀ ਵੀ ਕੁਆਂਟਿਟੀ ਆਪਾਂ ਕੰਟਰੋਲ ਕਰ ਰਹੇ ਹਾਂ। ਤੇ ਐਕਸਲਰੇਟ ਦਾ ਲੋਡ ਕੁਇਕਲੀ, ਫਟਾਫਟ ਆਪ ਵੀ ਮੂਵ ਹੋਣਾ ਤੇ ਲੋਡ ਨੂੰ ਵੀ ਫਟਾਫਟ ਐਡਜਸਟ ਕਰ ਦੇਣਾ, ਤਾਂ ਕਿ ਆਊਟਪੁੱਟ ਤੇ ਕੁਆਂਟਿਟੀ ਆਪਾਂ ਨੂੰ ਕਾਂਸਟੈਂਟ ਮਿਲੇ। ਇਜ਼ ਇਟ ਓਕੇ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ ਇਸ ਦੇ ਵਿੱਚ, ਸਰਵੋ ਮੈਕੈਨਿਜ਼ਮ ਦੇ ਵਿੱਚ ਜਾਂ ਫੀਡਬੈਕ ਕੰਟਰੋਲ ਸਿਸਟਮ ਦੇ ਵਿੱਚ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਰਵੋ ਮੋਟਰਸ। ਤਾਂ ਮੋਟਰਾਂ ਆਮ ਹੀ ਹੁੰਦੀਆਂ ਨੇ, ਆਪਾਂ ਹੁਣ ਪੜਾਂਗੇ ਦੀਆਂ ਟਾਈਪਸ ਆਫ ਮੋਟਰਸ। ਮੋਟਰਾਂ ਨਾਰਮਲੀ ਹੁੰਦੀਆਂ ਨੇ, ਜਿਵੇਂ ਆਪਾਂ ਨੇ ਹੁਣ ਤੱਕ ਪਹਿਲਾਂ ਪੜ੍ਹੀਆਂ ਨੇ। ਤਾਂ ਦੋ ਤਰ੍ਹਾਂ ਦੀਆਂ ਮੋਟਰਾਂ ਨੇ ਜਿਹੜੀਆਂ ਯੂਜ਼ ਹੋ ਸਕਦੀਆਂ ਨੇ, ਡੀਸੀ ਸਰਵੋ, ਏਸੀ ਸਰਵੋ ਮੋਟਰ। ਜਾਂ ਮੋਟਰ ਡੀਸੀ ਮੋਟਰ ਹੋ ਸਕਦੀ ਹੈ ਜਾਂ ਫਿਰ ਏਸੀ ਮੋਟਰ ਹੋ ਸਕਦੀ ਹੈ। ਜੇ ਡੀਸੀ ਸਪਲਾਈ ਤੇ ਚੱਲਦੀ ਹੈ ਡੀਸੀ ਸਰਵੋ ਮੋਟਰ, ਜੇ ਏਸੀ ਸਪਲਾਈ ਦੇ ਕੇ ਉਹਨੂੰ ਚਲਾਵਾਂਗੇ ਤਾਂ ਏਸੀ ਸਰਵੋ ਮੋਟਰ। ਸਾਈਜ਼ ਕਿੰਨਾ ਕੁ, ਵੈਰੀ ਸਮਾਲ 0.05 HP, ਹਾਰਸ ਪਾਵਰ ਦਾ 20ਵਾਂ ਹਿੱਸਾ। ਇੰਨੀਆਂ ਛੋਟੀਆਂ ਤੋਂ ਲੈ ਕੇ 1000 ਹਾਰਸ ਪਾਵਰ ਦੀਆਂ ਵੱਡੀਆਂ ਵੀ ਮੋਟਰਾਂ ਹੋ ਸਕਦੀਆਂ ਨੇ ਕੰਟਰੋਲ ਕਰਨ ਲਈ ਡਿਫਰੈਂਟ ਚੀਜ਼ਾਂ। ਜਿਟ ਓਕੇ। ਤਾਂ ਕਿਸ ਤਰ੍ਹਾਂ ਦੇ ਕਰੈਕਟਰਿਸਟਿਕ ਹੋਣੇ ਚਾਹੀਦੇ ਮੋਟਰ ਸਾਨੂੰ, ਜਿਹੜੀ ਸਰਵੋ ਮੋਟਰ 'ਚ ਯੂਜ਼ ਕਰਨੀ ਹੈ, ਉਹ ਆਪਾਂ ਉੱਤੇ ਡਿਸਕਸ ਕਰ ਹੀ ਲਿਆ ਕਿ ਇਹਨੇ ਰਿਸਪੌਂਡ ਕਰਨਾ ਐਰਰ ਸਿਗਨਲ ਨੂੰ ਜਲਦੀ, ਔਰ ਲੋਡ ਨੂੰ ਐਕਸਲਰੇਟ ਕਰਨਾ ਹੈ ਉਹ ਵੀ ਕੁਇਕ। ਤਾਂ ਫਿਰ
ਟਾਰਕ ਜਿਹੜੀ ਮੋਟਰ ਦੀ ਹੈ ਵੋਲਟੇਜ ਦੇ ਨਾਲ ਡਾਇਰੈਕਟਲੀ ਪ੍ਰਪੋਰਸ਼ਨਲ ਹੋਵੇ। ਜੇ ਵੋਲਟੇਜ ਕੀ ਦੇਣਾ ਅਸੀਂ ਐਰਰ ਸਿਗਨਲ ਸਾਡਾ ਕੀ ਹੋਏਗਾ, ਵੋਲਟੇਜ ਵੱਧ ਜਾਂ ਘੱਟ, ਜਿੰਨੀ ਵੋਲਟੇਜ ਦੇਵਾਂਗੇ ਉਨੀ ਟਾਰਕ ਜ਼ਿਆਦਾ। ਘੱਟ ਵੋਲਟੇਜ ਆ ਜਾਏਗੀ 0 ਵੋਲਟ ਹੋ ਜਾਏਗਾ, ਐਰਰ ਸਿਗਨਲ 0 ਹੋ ਜਾਏਗਾ ਤਾਂ ਟਾਰਕ 0। तो वोल्टेज ਤੇ ਡਿਪੈਂਡ ਕਰੇ ਟਾਰਕ ਸਾਡੀ, ਇਸ ਤਰ੍ਹਾਂ ਦੀ ਮੋਟਰ ਹੋਣੀ ਚਾਹੀਦੀ ਹੈ। ਦੂਸਰਾ, ਡਾਇਰੈਕਸ਼ਨ ਟਾਰਕ ਦੀ ਚੇਂਜ ਹੋ ਜੇ ਜਦੋਂ ਪੋਲੈਰਿਟੀ ਚੇਂਜ ਹੋ ਜੇ, ਜਦੋਂ ਕਰੰਟ ਜਿਹੜਾ ਮੋਟਰ ਦੇ ਥਰੂ ਅਸੀਂ ਚੇਂਜ ਕਰ ਦਈਏ ਇੱਕ ਡਾਇਰੈਕਸ਼ਨ ਤੋਂ ਦੂਜੀ ਡਾਇਰੈਕਸ਼ਨ 'ਚ, ਤਾਂ ਮੋਟਰ ਦੀ ਰੋਟੇਸ਼ਨ ਵੀ ਆਪੋਜਿਟ ਡਾਇਰੈਕਸ਼ਨ 'ਚ ਹੋ ਜਾਏ। ਇਜ਼ ਇਟ ਓਕੇ? ਹੈਲੋ, ਅੱਛਾ ਠੀਕ ਹੈ, ਰਿਸਪੌਂਸ ਦੇ ਦਿਆ ਕਰੋ ਵੀ ਮੈਨੂੰ ਪਤਾ ਲੱਗਦਾ ਰਹੇ ਕਿ ਵੀ ਸੁਣ ਰਹੇ ਆ ਤੁਸੀਂ। ਤਾਂ ਇਸ ਤਰ੍ਹਾਂ ਦੇ ਕਰੈਕਟਰਿਸਟਿਕ ਸਾਨੂੰ ਮੋਟਰ ਦੇ ਚਾਹੀਦੇ ਨੇ, ਆ ਦੋ ਜਿਹੜੇ ਲਿਖੇ ਨੇ। ਟਾਰਕ ਜਿਹੜੀ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਵੋਲਟੇਜ, ਤੇ ਡਾਇਰੈਕਸ਼ਨ ਆਫ ਟਾਰਕ ਸਾਡੀ ਰਿਵਰਸ ਹੋ ਜਾਏ ਜਦੋਂ ਅਸੀਂ ਵੋਲਟੇਜ ਰਿਵਰਸ ਕਰ ਦਈਏ। ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਡੀਸੀ ਦੀਆਂ ਜਿਹੜੀਆਂ ਮੋਟਰਸ ਨੇ ਉਹ ਕਿੰਨੇ ਟਾਈਪ ਦੀਆਂ ਨੇ, ਏਸੀ ਦੀਆਂ ਕਿੰਨੇ ਟਾਈਪ ਦੀਆਂ ਨੇ। ਡੀਸੀ ਸਰਵੋ ਮੋਟਰ ਦੇ ਵਿੱਚ ਫੀਲਡ ਕੰਟਰੋਲ, ਆਰਮੇਚਰ ਕੰਟਰੋਲਡ ਮੋਟਰ, ਸੀਰੀਜ਼ ਸਪਲਿਟ ਫੀਲਡ ਡੀਸੀ ਮੋਟਰ, ਪਰਮਾਨੈਂਟ ਮੈਗਨੇਟ ਆਰਮੇਚਰ ਕੰਟਰੋਲ ਡੀਸੀ ਮੋਟਰ। ਇਹ 4 ਤਰ੍ਹਾਂ ਦੀਆਂ ਮੋਟਰਾਂ, 4 ਤਰ੍ਹਾਂ ਦੀਆਂ ਮੋਟਰਾਂ ਨੇ, ਔਰ ਚਾਰੇ ਹੀ ਕੀ ਨੇ, ਸੈਪਰੇਟਲੀ ਐਕਸਾਈਟਡ ਡੀਸੀ ਮੋਟਰ। ਲਿਖ ਲਓ ਕਿਤੇ, ਨੋਟ ਕਰ ਲਓ। ਜਿੰਨੀਆਂ ਵੀ ਡੀਸੀ ਮੋਟਰ ਆਪਾਂ ਸਰਵੋ ਮੈਕੈਨਿਜ਼ਮ ਦੇ ਵਿੱਚ ਯੂਜ਼ ਕਰਦੇ ਹਾਂ, ਸੀਰੀਜ਼ ਜਾਂ ਸ਼ੰਟ ਮੋਟਰ ਨਹੀਂ ਕਰਦੇ, ਸੈਪਰੇਟਲੀ ਐਕਸਾਈਟਡ ਮੋਟਰ ਯੂਜ਼ ਕਰਦੇ ਹਾਂ, ਜਿਹਦਾ ਫੀਲਡ ਸਿਸਟਮ ਦੀ ਸਪਲਾਈ ਅਲੱਗ ਹੈ ਔਰ ਆਰਮੇਚਰ ਸਿਸਟਮ ਦੀ ਸਪਲਾਈ ਅਲੱਗ ਹੈ। ਰਾਈਟ? ਜੇ ਇੱਕੋ ਹੀ ਮੋਟਰ ਦਾ ਨਾਮ ਲਿਖਣਾ ਹੋਵੇ ਵੀ ਡੀਸੀ ਮੋਟਰ ਸਰਵੋ ਮੋਟਰ 'ਚ ਕਿਹੜੀ ਯੂਜ਼ ਹੋ ਸਕਦੀ ਹੈ, ਸੈਪਰੇਟਲੀ ਐਕਸਾਈਟਡ ਡੀਸੀ ਮੋਟਰ, ਜਿਹਦੇ ਫੀਲਡ ਦੀ ਸਪਲਾਈ ਅਲੱਗ ਹੈ ਔਰ ਆਰਮੇਚਰ ਦੀ ਸਪਲਾਈ ਅਲੱਗ ਹੈ। ਤਾਂ ਇਹਦੇ ਕਰੈਕਟਰਿਸਟਿਕ ਕੀ ਹੋਣੇ ਚਾਹੀਦੇ ਨੇ? ਹਾਇਰ ਟਾਰਕ ਟੂ ਇਨਰਸ਼ੀਆ ਰੇਸ਼ੋ, ਇਹ ਡੀਸੀ ਮੋਟਰਾਂ ਦੀ ਹੁੰਦੀ ਹੋਈ ਹੈ। ਟਾਰਕ ਡੀਸੀ ਮੋਟਰਾਂ ਦੇ ਵਿੱਚ ਆਪਾਂ ਨੂੰ ਪਤਾ ਪੜਿਆ ਆਪਾਂ ਨੇ, ਹਾਈ ਹੁੰਦੀ ਹੈ, ਸਟਾਰਟਿੰਗ ਟਾਰਕ ਵੀ ਹਾਈ ਹੁੰਦੀ ਹੈ। ਠੀਕ, ਇਹ ਆਪਾਂ ਆਲਰੇਡੀ ਡੀਸੀ ਮੋਟਰਾਂ 'ਚ ਪੜ੍ਹ ਚੁੱਕੇ ਹਾਂ। ਪਰ ਇਹਦੀਆਂ ਜਿਹੜੇ ਨੈਗੇਟਿਵ ਪੁਆਇੰਟਸ ਨੇ ਜਾਂ ਡਿਸਐਡਵਾਂਟੇਜਸ ਨੇ ਉਹ ਕੀ ਹੈ? ਇਸ ਮੋਟਰ ਦੇ ਡਿਸਐਡਵਾਂਟੇਜ ਕੀ ਨੇ? ਕਮੂਟੇਸ਼ਨ ਪ੍ਰੋਬਲਮਸ ਨੇ। ਇਹਦੇ ਵਿੱਚ ਕਮੂਟੇਟਰ ਯੂਜ਼ ਹੁੰਦਾ ਹੈ, ਉਹਦੇ ਕਰਕੇ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ। ਕਮੂਟੇਸ਼ਨ ਪ੍ਰੋਬਲਮਸ ਹੁੰਦੀਆਂ ਨੇ ਕਿਹੜੀਆਂ ਕਿਹੜੀਆਂ? ਸਪਾਰਕਿੰਗ ਹੋ ਸਕਦੀ ਹੈ ਬ੍ਰਸ਼ਿਸ ਤੇ, ਨੋਇਜ਼ ਕ੍ਰੀਏਟ ਕਰ ਸਕਦੀ ਹੈ ਮੋਟਰ, ਜ਼ਿਆਦਾ ਆਵਾਜ਼ ਕਰੇਗੀ, ਫ੍ਰਿਕਸ਼ਨ ਜ਼ਿਆਦਾ ਹੋਏਗਾ, ਲੌਸਸ ਜ਼ਿਆਦਾ ਹੋਣਗੇ। ਇਹ ਇਹਦੇ ਡਿਸਐਡਵਾਂਟੇਜ ਨੇ। ਪਹਿਲੇ ਦੋ ਐਡਵਾਂਟੇਜ ਨੇ, ਹਾਇਰ ਟਾਰਕ ਐਂਡ ਹਾਇਰ ਸਟਾਰਟਿੰਗ ਟਾਰਕ। ਰਨਿੰਗ ਟਾਰਕ ਵੀ ਹਾਇਰ ਹੈ, ਸਟਾਰਟਿੰਗ ਵੀ ਹਾਇਰ ਹੈ। ਟਾਰਕ ਟੂ ਇਨਰਸ਼ੀਆ ਰੇਸ਼ੋ ਵੀ ਜ਼ਿਆਦਾ ਹੈ। ਇਨਰਸ਼ੀਆ ਦਾ ਮਤਲਬ ਕਿੰਨਾ ਵੇਟ ਹੈ ਮੋਟਰ ਦਾ, ਉਹਨੂੰ ਕਿੰਨੀ ਜਲਦੀ ਉਹ ਮੂਵ ਕਰਦੀ ਹੈ। ਡਿਸਐਡਵਾਂਟੇਜ ਹੈ ਕਿ ਸਪਾਰਕਿੰਗ ਹੁੰਦੀ ਹੈ, ਇਹਦੇ 'ਚ ਨਾਇਜ਼ ਪ੍ਰੋਡਿਊਸ ਹੁੰਦੀ ਹੈ ਮੋਟਰ ਦੇ ਵਿੱਚ, ਸਾਈਲੈਂਟ ਆਪਰੇਸ਼ਨ ਨਹੀਂ ਹੈ, ਤੇ ਫ੍ਰਿਕਸ਼ਨ ਲਾਸ ਜ਼ਿਆਦਾ ਨੇ। ਏਸੀ ਸਰਵੋ ਮੋਟਰ ਦੋ ਟਾਈਪ ਦੀਆਂ ਨੇ। ਇੱਕ ਹੈਗੀ 2 ਫੇਸ, ਜਿਵੇਂ ਜਿਹਨੂੰ ਆਪਾਂ ਕਹਿ ਦਿੰਦੇ ਸਪਲਿਟ ਫੇਸ ਮੋਟਰ। ਪਿਛਲੇ ਸਮੈਸਟਰ 'ਚ ਪੜ੍ਹੀ ਸੀ ਨਾ, ਸਿੰਗਲ ਫੇਸ ਮੋਟਰ ਜਿਹੜੇ ਸਪਲਿਟ ਫੇਸ ਕਰਦੇ ਸੀ, ਇੱਕ ਦੇ 2 ਫੇਸ ਬਣਾ ਕੇ ਕਪੈਸਿਟਰ ਲਗਾ ਕੇ ਜਾਂ ਉਹਦਾ ਰੈਜ਼ਿਸਟੈਂਸ ਵੇਰੀ ਕਰਕੇ ਸਪਲਿਟ ਫੇਸ ਮੋਟਰ, 2 ਫੇਸ ਬਣਾਉਂਦੇ ਇੱਕ ਦੇ, ਹੈ ਨਾ। ਜਾਂ ਦੂਜੀਆਂ ਸ਼ੇਡਡ ਪੋਲ, ਇਹ ਵੀ ਪੜ੍ਹੀਆਂ ਸੀ ਆਪਾਂ ਨੇ। ਸ਼ੇਡਡ ਪੋਲ ਵੀ ਹੋ ਸਕਦਾ, ਦੋ ਟਾਈਪ ਦੀਆਂ ਡੀਸੀ ਮੋਟਰ ਹੋ ਸਕਦੀਆਂ ਨੇ, 2 ਫੇਸ ਜਾਂ ਸ਼ੇਡਡ ਪੋਲ। ਇਹ ਮੋਟਰਾਂ ਦੇ ਐਡਵਾਂਟੇਜ ਕੀ ਨੇ? ਜ਼ਿਆਦਾ ਰਿਲਾਇਬਲ ਨੇ ਏਸੀ, ਇੱਕ ਏਸੀ ਸਪਲਾਈ ਹਰ ਜਗ੍ਹਾ ਤੇ ਅਵੇਲੇਬਲ ਹੁੰਦੀ ਹੈ, ਸੌਖੀ। ਦੂਸਰੀਆਂ, ਕਮੂਟੇਟਰ ਨਹੀਂ ਲੱਗਦਾ ਇਹਨਾਂ ਦੇ ਵਿੱਚ, ਕਮੂਟੇਸ਼ਨ ਪ੍ਰੋਬਲਮਸ ਨਹੀਂ ਹੋਣਗੀਆਂ। ਜਿਹੜਾ ਉਹਦਾ ਡਿਸਐਡਵਾਂਟੇਜ ਹੈ ਇਹਦਾ ਐਡਵਾਂਟੇਜ ਹੈ, ਤੇ ਜਿਹੜੇ ਉਹਦੇ ਐਡਵਾਂਟੇਜ ਨੇ ਪਹਿਲੇ ਦੋ, ਉਹ ਇਹਦੇ ਡਿਸਐਡਵਾਂਟੇਜ ਨੇ। ਸੇਮ ਹੀ ਨੇ, ਉੱਥੇ ਹਾਇਰ ਲਿਖਿਆ, ਇੱਥੇ ਲੋਅਰ ਲਿਖ ਦੇਣਾ। ਲੋਅਰ ਟਾਰਕ ਟੂ ਇਨਰਸ਼ੀਆ ਰੇਸ਼ੋ, ਲੋ ਸਟਾਰਟਿੰਗ ਟਾਰਕ। ਠੀਕ, ਕੋਈ ਡਾਊਟ ਕਿਸੇ ਨੂੰ ਕਿ ਕਿਹੜੇ ਟਾਈਪ ਦੀਆਂ ਮੋਟਰਾਂ ਹੁੰਦੀਆਂ ਨੇ ਤੇ ਇਹਨਾਂ ਦੇ ਕਰੈਕਟਰਿਸਟਿਕਸ ਕਿਹੋ ਜਿਹੇ ਹੁੰਦੇ ਆ? ਇਸ ਤੋਂ ਬਾਅਦ ਹੈ, ਇੱਕ ਇੱਕ ਕਰਕੇ ਹੁਣ ਆਪਾਂ ਮੋਟਰ ਲੈਂਦੇ ਹਾਂ। ਫੀਲਡ ਕੰਟਰੋਲ ਡੀਸੀ ਸਰਵੋ ਮੋਟਰ, ਨਾ ਹੀ ਇਹਦਾ ਦੱਸ ਰਿਹਾ ਇਹਦੇ ਵਿੱਚ ਕੰਟਰੋਲ ਕਿਸ ਚੀਜ਼ ਨੂੰ ਕਰਾਂਗੇ? ਫੀਲਡ ਵਾਈਂਡਿੰਗ, ਫੀਲਡ ਕਰੰਟ ਨੂੰ। ਤਾਂ ਆਰਮੇਚਰ ਦੇਖੋ ਇੱਥੇ ਡਾਇਗਰਾਮ ਦੇ ਵਿੱਚ, ਆਰਮੇਚਰ ਨੂੰ ਅਸੀਂ ਕਾਂਸਟੈਂਟ ਸਪਲਾਈ ਲਗਾਤੀ ਬੈਟਰੀ ਤੋਂ। ਆਰਮੇਚਰ ਦੇ ਸਰਕਟ ਦੇ ਵਿੱਚ ਕੋਈ ਅਸੀਂ ਚੇਂਜ ਨਹੀਂ ਕਰ ਰਹੇ। ਠੀਕ ਹੈ, ਕਿਹਨੂੰ ਚੇਂਜ ਕਰ ਰਹੇ ਹਾਂ? ਫੀਲਡ ਦੇ ਸਰਕਟ ਨੂੰ। ਇਸ ਕਰਕੇ ਨਾਂ ਰੱਖਤਾ ਫੀਲਡ ਕੰਟਰੋਲ ਡੀਸੀ ਸਰਵੋ ਮੋਟਰ। ਤੇ ਜੇ ਅਸੀਂ ਆਰਮੇਚਰ ਨੂੰ ਕਰੰਟ ਦੇ ਦਈਏ ਮੋਟਰ ਦੇ ਨੂੰ, ਫੀਲਡ ਨੂੰ ਕਰੰਟ ਨਾ ਦਈਏ, ਟਾਰਕ ਪ੍ਰੋਡਿਊਸ ਨਹੀਂ ਹੁੰਦੀ, ਕਿਉਂਕਿ ਟਾਰਕ ਆ ਦੇਖੋ ਇਕੁਏਸ਼ਨ ਲਿਖੀ ਹੈ, ਟਾਰਕ ਡਿਪੈਂਡ ਕਰਦੀ ਹੈ ਫਲਕਸ ਐਂਡ ਆਰਮੇਚਰ ਕਰੰਟ ਤੇ। ਜੇ ਦੋਨਾਂ ਚੋਂ ਕੋਈ ਇੱਕ 0 ਹੋ ਜਾਏ ਤਾਂ ਟਾਰਕ ਕੀ ਹੋ ਜਾਂਦੀ ਹੈ? 0। ਦੋਨਾਂ ਚੋਂ φ 0 ਹੋ ਜਾਏ ਜਾਂ IA 0 ਹੋ ਜਾਏ, ਟਾਰਕ 0 ਹੋ ਜਾਂਦੀ ਹੈ।
ਇੱਥੇ ਜੇ ਐਰਰ ਸਿਗਨਲ ਸਾਡਾ 0 ਹੋਏ ਤਾਂ ਫੀਲਡ ਦੇ ਵਿੱਚ ਕਰੰਟ ਵੀ 0 ਹੋਏਗਾ, ਟਾਰਕ ਪ੍ਰੋਡਿਊਸਡ ਵੀ ਮੋਟਰ ਦੀ 0 ਹੋਏਗੀ। ਇਜ਼ ਇਟ ਓਕੇ? ਤੇ ਜੇ ਇੱਥੇ ਫੀਲਡ ਕਰੰਟ ਕੋਈ ਵੀ ਫਲੋ ਕਰੇਗਾ, ਜੇ ਇਸ ਡਾਇਰੈਕਸ਼ਨ 'ਚ ਉੱਪਰੋਂ ਨੀਚੇ ਨੂੰ ਫਲੋ ਕਰ ਗਿਆ ਤਾਂ ਇੱਕ ਡਾਇਰੈਕਸ਼ਨ ਦੇ ਵਿੱਚ ਟਾਰਕ ਪ੍ਰੋਡਿਊਸ ਹੋ ਜਾਏਗੀ, ਮੰਨ ਲਓ ਕਲੌਕਵਾਈਜ਼। ਜੇ ਕਰੰਟ ਇੱਧਰਲੇ ਪਾਸੇ ਨੂੰ ਚਲੇ ਗਿਆ ਉੱਪਰ ਨੂੰ, ਉਲਟਾ ਐਰਰ ਸਿਗਨਲ ਨੈਗੇਟਿਵ ਆ ਗਿਆ ਸਾਡਾ, ਤਾਂ ਮੋਟਰ ਜਿਹੜੀ ਹੈ ਐਂਟੀ ਕਲੌਕਵਾਈਜ਼ ਚੱਲਣ ਲੱਗ ਜੂਗੀ। ਕਦੋਂ ਤੱਕ ਚੱਲਦੀ ਰਹੂਗੀ? ਜਦੋਂ ਤੱਕ ਸਿਗਨਲ 0 ਨਹੀਂ ਹੋ ਜਾਂਦਾ। ਤੇ ਚੱਲਦੀ ਕਾਹਦੇ ਵਾਸਤੇ ਮੋਟਰ? ਸਿਗਨਲ ਨੂੰ 0 ਕਰਨ ਲਈ। ਇਹ ਸਮਝ ਲੈਣਾ। ਮੰਨ ਲਓ ਸਿਗਨਲ ਜਿਹੜਾ ਆਇਆ ਵੋਲਟੇਜ ਵਧਣ ਕਰਕੇ, ਤਾਂ ਇਹ ਮੋਟਰ ਦੇ ਚੱਲਣ ਨੇ ਕੀ ਕਰਨਾ ਹੈ, ਇਹਨੇ ਆਟੋ ਟਰਾਂਸਫਾਰਮਰ ਦੀਆਂ ਟਰਨਸ ਚੇਂਜ ਕਰਕੇ ਵੋਲਟੇਜ ਨੂੰ ਘਟਾ ਦੇਣਾ। ਜਦੋਂ ਘਟ ਜਾਏਗੀ ਫਿਰ ਇਹ 0 ਹੋ ਜਾਏਗਾ, ਫਿਰ ਇਹ ਘਟ ਜਾਏਗੀ। ਤਾਂ ਇਹ ਸਮਝ ਲੈਣਾ ਹੈ ਜਿਹੜੀਆਂ ਸਰਵੋ ਮੋਟਰਸ ਨੇ ਕੰਟੀਨਿਊਸਲੀ ਰੋਟੇਟ ਨਹੀਂ ਕਰਦੀਆਂ ਜਿਵੇਂ ਆਮ ਮੋਟਰਾਂ ਕਰਦੀਆਂ। ਇਹ ਕਿੰਨਾ ਦੇਰ ਚੱਲਦੀਆਂ ਨੇ? ਜਦੋਂ ਤੱਕ ਐਰਰ ਹੈ। ਜਦੋਂ ਐਰਰ ਖਤਮ ਹੋ ਗਈ ਮੋਟਰ ਖੜ ਜਾਣੀ। ਥੋੜਾ ਥੋੜਾ ਮੂਵ ਕਰਦੀਆਂ, ਫਿਊ ਡਿਗਰੀ ਕੁਝ ਮੂਵ ਕੀਤਾ, ਰੁਕ ਗਈਆਂ, ਫਿਰ ਦੂਜੇ ਪਾਸੇ ਐਰਰ ਆ ਗਈ, ਦੂਜੇ ਪਾਸੇ ਮੂਵ ਕਰ ਗਈਆਂ, ਫਿਰ ਅਗਲੇ ਪਾਸੇ, ਇੱਦਾਂ ਇਹ ਥੋੜਾ ਥੋੜਾ ਚੱਲਦੀਆਂ। ਠੀਕ ਹੈ, ਕਲੀਅਰ ਹੋ ਰਹੀ ਗੱਲ? ਅੱਛਾ, ਤਾਂ ਹੁਣ ਇਹਦੇ 'ਚ ਆਰਮੇਚਰ ਕਰੰਟ ਜਿਹੜਾ ਕਾਂਸਟੈਂਟ ਹੈ, ਕਿਉਂਕਿ ਆਪਾਂ ਨੇ ਇਹ ਬੈਟਰੀ ਕਾਂਸਟੈਂਟ ਸੋਰਸ ਨੂੰ ਲਗਾਤਾ, ਕਾਂਸਟੈਂਟ ਕਰੰਟ ਸੋਰਸ ਨੂੰ ਲਗਾ ਦਿੱਤੀ ਇਹ, ਤਾਂ ਆਰਮੇਚਰ ਕਰੰਟ ਸਾਡਾ ਕਾਂਸਟੈਂਟ ਹੈ। ਫੀਲਡ ਜਿਹੜਾ ਇਹ ਐਕਸਾਈਟ ਕਰਦੇ ਹਾਂ ਅਸੀਂ ਐਰਰ ਸਿਗਨਲ ਤੋਂ, ਐਰਰ ਐਂਪਲੀਫਾਇਰ ਤੋਂ ਲੈਂਦੇ ਹਾਂ। ਜਿਹੜਾ ਐਰਰ ਤੋਂ ਸਾਡੇ ਕੋਲੇ ਸਿਗਨਲ ਆਇਆ ਐਂਪਲੀਫਾਈ ਕੀਤਾ ਹੋਇਆ, ਉਹ ਅਸੀਂ ਆਹ ਐਂਪਲੀਫਾਇਰ ਇੱਥੇ ਲਾਤਾ ਐਰਰ ਸਿਗਨਲ। ਆ ਜਿਹੜੀ ਟ੍ਰਾਇੰਗਲ ਹੈ ਇਹ ਐਂਪਲੀਫਾਇਰ ਦਾ ਸਿੰਬਲ ਹੁੰਦਾ, ਡੀਸੀ ਐਂਪਲੀਫਾਇਰ ਲਿਖਿਆ ਵੀ ਇਸ ਨੂੰ, ਠੀਕ ਹੈ। ਐਰਰ ਇਹਨੂੰ ਅਸੀਂ ਇਨਪੁਟ ਦਿੱਤਾ ਤਾਂ ਇਹਨੇ ਐਂਪਲੀਫਾਈ ਕਰਕੇ ਇਹਦੇ ਫੀਲਡ ਦੇ ਵਿੱਚੋਂ ਕਰੰਟ ਫਲੋ ਹੋ ਜਾਣਾ। ਜਿਵੇਂ ਫੀਲਡ 'ਚੋਂ ਕਰੰਟ ਫਲੋ ਹੋਏਗਾ, ਟਾਰਕ ਪ੍ਰੋਡਿਊਸ ਹੋ ਜਾਏਗੀ, ਤਾਂ ਮੋਟਰ ਸਾਡੀ ਰੋਟੇਟ ਕਰਨ ਲੱਗ ਜਾਏਗੀ। ਤੇ ਜੇ ਮੋਟਰ ਰੋਟੇਟ ਕਰਨ ਲੱਗ ਗਈ, ਉਹਨੇ ਕਰਨਾ ਕੀ ਹੈ ਅਸਲ ਵਿੱਚ? ਇਸ ਐਰਰ ਸਿਗਨਲ ਨੂੰ ਘਟਾਉਣਾ ਹੈ, ਐਰਰ ਸਿਗਨਲ ਨੂੰ ਹੀ ਘੱਟ ਕਰਨਾ ਹੈ। ਜਦੋਂ ਐਰਰ ਸਿਗਨਲ 0 ਹੋ ਗਿਆ ਤਾਂ ਇਹ ਸਟਾਪ ਕਰ ਜੇ। ਕਿੰਨੀ ਦੇਰ ਚੱਲੇਗੀ? ਜਿੰਨੀ ਦੇਰ ਐਰਰ ਰਹੇਗੀ। ਓਕੇ। ਜੇ ਐਰਰ ਆਪੋਜਿਟ ਡਾਇਰੈਕਸ਼ਨ 'ਚ ਆ ਜੇ, ਮੰਨ ਲਓ ਪਹਿਲਾਂ ਵੋਲਟੇਜ ਵੱਧ ਹੋਣ ਕਰਕੇ ਐਰਰ ਸੀ, ਹੁਣ ਵੋਲਟੇਜ ਸਟੈਂਡਰਡ ਨਾਲੋਂ ਘੱਟ ਹੋਣ ਕਰਕੇ ਐਰਰ ਹੈ, ਤਾਂ ਫਿਰ ਇਹ ਆਪੋਜਿਟ ਡਾਇਰੈਕਸ਼ਨ ਚੱਲੇਗੀ। ਕਦੋਂ ਤੱਕ? ਜਦੋਂ ਤੱਕ ਐਰਰ ਸਿਗਨਲ 0 ਨਹੀਂ ਹੋ ਜਾਂਦਾ। ਇਜ਼ ਇਟ ਓਕੇ? ਤਾਂ ਹੁਣ ਇਹਦੇ ਯੂਜ਼ ਕੀ ਨੇ? ਸਮਾਲ ਲੋਡਸ ਲਈ ਯੂਜ਼ ਕਰਦੇ ਆ। ਕਿਉਂ? ਕਿਉਂਕਿ ਆਰਮੇਚਰ ਨੂੰ ਕਰੰਟ ਹਮੇਸ਼ਾ ਹੀ ਜਾਂਦਾ ਰਹਿਣਾ, ਪੱਕਾ ਹੀ ਕਨੈਕਟ ਕੀਤੀ ਹੋਈ ਆਪਾਂ ਨੇ। ਜਦੋਂ ਵੀ ਐਰਰ ਆਏਗੀ, ਆਰਮੇਚਰ 'ਚ ਕਰੰਟ ਹੈਗਾ ਹੀ ਹੈ, ਫੀਲਡ 'ਚੋਂ ਕਰੰਟ ਲੰਘੇਗਾ ਤਾਂ ਇਹ ਫਟਾਫਟ ਮੋਟਰ ਦੇ ਜਿਹੜਾ ਆਪਣਾ ਕੰਮ ਕਰ ਦੇਗੀ, ਕੰਟਰੋਲ ਕਰ ਲੇਗੀ ਉਸ ਨੂੰ। ਤੇ ਜੇ ਲਾਰਜ ਸਾਈਜ਼ ਦਾ ਲੋਡ ਚਲਾਉਣਾ ਤਾਂ ਮੋਟਰ ਦਾ ਸਾਈਜ਼ ਵੀ ਲਾਰਜ ਹੋਏਗਾ, ਆਰਮੇਚਰ ਕਰੰਟ ਵੀ ਜ਼ਿਆਦਾ ਹੋਏਗਾ। ਆਰਮੇਚਰ ਕਰੰਟ ਮੋਟਰ ਦਾ ਵੈਸੇ ਵੀ ਫੀਲਡ ਕਰੰਟ ਨੂੰ ਜ਼ਿਆਦਾ ਹੁੰਦਾ, ਆਪਾਂ ਨੂਮੈਰੀਕਲਸ ਦੇ ਵਿੱਚ ਦੇਖਿਆ ਹੀ ਹੈ ਪਹਿਲੇ ਡੀਸੀ ਮੋਟਰਾਂ 'ਚ। ਤਾਂ ਇਹ ਫਿਰ ਜ਼ਿਆਦਾ ਕਰੰਟ ਹਮੇਸ਼ਾ ਹੀ ਚੱਲਦਾ ਰਹੇਗਾ, ਲਾਸ ਕ੍ਰੀਏਟ ਕਰੇਗਾ। ਠੀਕ ਹੈ, ਇਸ ਕਰਕੇ ਇਹਨੂੰ ਕਾਹਦੇ ਲਈ ਲਗਾਉਂਦੇ ਆ? ਸਮੌਲ ਲੋਡ ਲਈ। ਕਿਉਂ ਲਗਾਉਂਦੇ ਆ? ਲਿਖਿਆ ਅਨਡਿਜ਼ਾਇਰੇਬਲ ਟੂ ਸਪਲਾਈ ਲਾਰਜ ਐਂਡ ਫਿਕਸਡ ਆਰਮੇਚਰ ਕਰੰਟ। ਬਿਨਾਂ ਮਤਲਬ ਦੇ ਆਰਮੇਚਰ ਕਰੰਟ ਫਲੋ ਹੁੰਦਾ ਹੀ ਰਹੇਗਾ ਲਗਾਤਾਰ ਸਾਰਾ ਦਿਨ, 24 ਘੰਟੇ। ਕਿਉਂਕਿ ਇਹ ਤਾਂ ਅਸੀਂ ਵੇਟ ਨਹੀਂ ਕਰ ਸਕਦੇ ਵੀ ਜਦੋਂ ਐਰਰ ਆਏਗੀ ਫਿਰ ਇਹਦੀ ਸਪਲਾਈ ਔਨ ਕਰਾਂਗੇ, ਫਿਰ ਤਾਂ ਉਦੋਂ ਤੱਕ ਵੋਲਟੇਜ ਵੱਧ ਹੋ ਜਾਏਗੀ। ਵੋਲਟੇਜ ਅਸੀਂ ਵਧਣ ਨਹੀਂ ਦੇਣੀ ਜਾਂ ਘਟਣ ਨਹੀਂ ਦੇਣੀ, ਉਸੇ ਵੇਲੇ ਅਸੀਂ ਕਾਂਸਟੈਂਟ ਕਰਨੀ ਹੈ। ਜਿੱਦਾਂ UPS ਦੇ ਵਿੱਚ ਲਾਈ ਹੈ, ਮੰਨ ਲਓ ਹਮੇਸ਼ਾ ਕਾਂਸਟੈਂਟ ਵੋਲਟੇਜ ਚਾਹੀਦੀ ਹੈ, ਨਾਲ ਹੀ ਵਿਦਨ ਫਿਰ ਮਾਈਕਰੋ ਸੈਕਿੰਡ ਇਹ ਚੇਂਜ ਹੋ ਜਾਏ। ਦੂਜਾ ਹੈ ਡਾਇਨਮਿਕ ਰਿਸਪੌਂਸ ਇਹਦਾ ਸਲੋਅਰ ਹੈ। ਕਿਉਂ? ਕਿਉਂਕਿ ਫੀਲਡ ਦੇ ਵਿੱਚੋਂ ਜਦੋਂ ਕਰੰਟ ਲੰਘਣ ਲੱਗਣਾ ਹੈ ਤਾਂ ਇਹ 0 ਤੋਂ ਜਦੋਂ ਕਰੰਟ ਇਨਕਰੀਜ਼ ਹੋਣਾ, ਪਹਿਲਾਂ ਕਰੰਟ 0 ਐਰਰ ਤੇ 0 ਹੈ, 0 ਤੋਂ ਜਦੋਂ ਇਨਕਰੀਜ਼ ਹੋਣਾ ਹੈ ਤਾਂ DC ਨੇ ਵੀ AC ਵਾਂਗ ਕੰਮ ਕਰਨਾ ਹੈ। ਇਸ ਗੱਲ ਨੂੰ ਸਮਝ ਲਓ। ਜੇ ਮੰਨ ਲਓ ਵੀ ਸਾਡੇ ਕੋਲੇ ਇੱਥੇ ਕਰੰਟ ਹੈ, ਇਧਰਲੇ ਪਾਸੇ ਨੂੰ ਅਸੀਂ ਟਾਈਮ ਲਗਾ ਦਿੰਦੇ ਹਾਂ, ਇਧਰਲੇ ਪਾਸੇ ਨੂੰ ਕਰੰਟ ਪਾ ਦਿੰਦੇ ਹਾਂ ਆਏ। ਤਾਂ ਹੁਣ ਕਰੰਟ ਜੇ ਇੰਨਾ ਕਰੰਟ ਚਲਾਉਣ ਲੱਗਣਾ ਤਾਂ ਇੰਸਟੈਂਟ ਨਹੀਂ ਹੁੰਦਾ, ਇਹਨੂੰ ਮਾੜਾ ਜਿਹਾ ਟਾਈਮ ਲੱਗਦਾ ਹੈ ਉੱਪਰ ਚੜ੍ਹਨ ਨੂੰ, ਥੋੜਾ ਜਿਹਾ ਟਾਈਮ ਲੱਗੇਗਾ ਇੱਥੋਂ। ਜੇ ਇਹ ਟਾਈਮ ਦੇ ਵਿੱਚ ਇਹ ਕੀ ਕੰਮ ਬਿਹੇਵ ਕਰਦਾ? ਚੇਂਜ ਹੋ ਰਿਹਾ, AC ਵਾਂਗੂ ਚੇਂਜ ਹੋ ਰਿਹਾ ਕਰੰਟ। ਜੇ ਚੇਂਜ ਹੋ ਰਿਹਾ ਤਾਂ ਇਹਦੇ ਵਿੱਚ EMF ਇੰਡਿਊਸ ਹੋਏਗਾ, ਕਰੰਟ ਨੂੰ ਅਪੋਜ਼ ਕਰੇਗਾ। ਅਪੋਜ਼ ਕਰੇਗਾ ਤਾਂ ਫਿਰ ਕਰੰਟ ਨੇ ਰਿਸਪੌਂਸ ਇੱਕਦਮ ਨਹੀਂ ਦੇਣਾ, ਜਦੋਂ ਇੱਥੋਂ ਕਾਂਸਟੈਂਟ ਹੋ ਜਾਏਗਾ ਫਿਰ ਰਿਸਪੌਂਸ ਆਏਗਾ। ਤਾਂ ਰਿਸਪੌਂਸ ਡਿਲੇ ਰਹੇਗਾ ਇਹਦਾ ਥੋੜਾ ਜਿਹਾ। ਤੇ ਇਸ ਕਰਕੇ ਇੱਥੇ ਲਿਖਿਆ ਵਰਡ ਕਿ ਰਿਸਪੌਂਸ ਇਸ ਮੋਟਰ ਦਾ ਕੀ ਹੈ? ਸਲੋਅਰ ਹੈ, ਬਾਕੀ ਮੋਟਰਾਂ ਦੇ ਮੁਕਾਬਲੇ ਇਹਦਾ ਰਿਸਪੌਂਸ ਸਲੋਅਰ ਹੈ। ਇਸ ਕਰਕੇ ਵੀ ਇਹਨੂੰ ਬੜੇ ਲੋਡ ਲਈ ਯੂਜ਼ ਨਹੀਂ ਕਰ ਸਕਦੇ, ਕਿਉਂਕਿ ਉਹਦੇ ਵਿੱਚ ਤਾਂ ਇਨਰਸ਼ੀਆ ਵੀ ਜ਼ਿਆਦਾ ਹੋਣਾ, ਉਹਦੇ ਜ਼ਿਆਦਾ ਕੁਇਕ ਚਾਹੀਦਾ ਰਿਸਪੌਂਸ ਸਾਨੂੰ। ਦੂਸਰਾ, ਇਹ ਪੁਆਇੰਟ ਸਾਰੀਆਂ ਮੋਟਰਾਂ 'ਚ ਆਏਗਾ
कि डायरैक्शन ऑफ रोटेशन जिहड़ा है वो रिवर्स हुंदा है कि जदों पोलैरिटी फील्ड की रिवर्स कर दी। पोलैरिटी फील्ड की रिवर्स करना मतलब जे पहला करंट उपरों नीचे नूं आ रहा सी फिर करंट उपरों थल्लों उपर नूं चला जाए तो फिर डायरैक्शन ऑफ रोटेशन जे पहला मोटर इधर नूं मूव की सी तो फिर उल्ट इस पासे नूं मूव करेगी। ये सारिया मोटरां लई पॉइंट है जिहड़ा सैकंड वाला, इहनूं नोट कर लिओ। फॉर ऑल मोटर्स वैलिड है। ठीक है, नैक्सट मोटर चलिए। कोई क्वेश्चन तो नहीं किसी का फील्ड कंट्रोल मोटर चों? नैक्सट है आर्मेचर कंट्रोल्ड मैथड। आर्मेचर कंट्रोल डीसी सर्वो मोटर। ਇਹਦੇ 'ਚ ਕੀ ਕਰਨਾ ਸੀ, ਫੀਲਡ ਨੂੰ ਕਨਸਟੈਂਟ ਵੋਲਟੇਜ ਡੀਸੀ ਸਪਲਾਈ ਲਗਾਤੀ ਤੇ ਆਰਮੇਚਰ ਨੂੰ ਐਂਪਲੀਫਾਇਰ ਤੋਂ ਐਰਰ ਸਿਗਨਲ ਦਿੱਤਾ। ਉਲਟ ਕੰਮ ਕਰਤਾ, ਪਹਿਲਾਂ ਇੱਥੇ ਆਰਮੇਚਰ ਸੀ ਇੱਥੇ ਫੀਲਡ ਸੀਗਾ, ਹੁਣ ਇਹਨਾਂ ਦੀਆਂ ਪੋਜੀਸ਼ਨਾਂ ਚੇਂਜ ਕਰਤੀਆਂ, ਇੱਧਰ ਫੀਲਡ ਲਗਾਤਾ ਇੱਧਰ ਆਰਮੇਚਰ। ਫੀਲਡ ਚੋਂ ਕਰੰਟ ਹਮੇਸ਼ਾ ਚੱਲਦਾ ਹੀ ਰਹਿਣਾ, ਆਰਮੇਚਰ ਚੋਂ ਕਦੋਂ ਕਰੰਟ ਚੱਲੇਗਾ, ਜਦੋਂ ਐਰਰ ਸਿਗਨਲ ਆਏਗਾ। ਤਾਂ ਫਿਰ ਇਹ ਮੋਟਰ ਬੈਟਰ ਹੋਗੀ ਕਿਉਂਕਿ ਫੀਲਡ ਕਰੰਟ ਬਹੁਤ ਸਮੋਲ ਹੁੰਦਾ, ਇਹਦੇ 'ਚ ਲੌਸਸ ਨਹੀਂ ਜ਼ਿਆਦਾ ਹੋਣਗੇ, ਇਹਨੂੰ ਜ਼ਿਆਦਾ ਕਰਕੇ ਪ੍ਰੈਫਰ ਕਰਾਂਗੇ ਯੂਜ਼ ਕਰਨ ਲਈ ਅਸੀਂ। ਠੀਕ, ਬਾਕੀ ਵਰਕਿੰਗ ਉਦੋਂ ਹੀ ਹੁਣ ਉਸੇ ਤਰ੍ਹਾਂ ਹੀ ਹੈ। ਟਾਰਕ ਦਾ ਪ੍ਰਪੋਰਸ਼ਨਲ ਫਾਈ ਆਈ ਏ ਹੈ ਪਹਿਲਾਂ ਵਾਂਗ ਹੀ, ਪਰ ਇੱਥੇ ਫਾਈ ਕਾਂਸਟੈਂਟ ਹੈ, ਟਾਰਕ ਡਿਪੈਂਡ ਕਰਦੀ ਹੈ ਆਈ ਏ ਤੇ। ਟਾਰਕ ਸਾਡੀ ਆਰਮੇਚਰ ਕਰੰਟ ਤੇ ਡਿਪੈਂਡ ਕਰਦੀ ਹੈ। ਜਦੋਂ ਐਰਰ ਸਿਗਨਲ ਹੋਏਗਾ ਆਰਮੇਚਰ ਕਰੰਟ ਫਲੋ ਕਰੇਗਾ ਤਾਂ ਮੋਟਰ ਸਾਡੀ ਰੋਟੇਟ ਕਰੇਗੀ ਲੋਡ ਨੂੰ। ਦੂਜੇ ਪਾਸੇ ਨੂੰ ਐਰਰ ਆ ਗਈ, ਨੈਗੇਟਿਵ ਆਰਮੇਚਰ ਕਰੰਟ ਆ ਗਿਆ, ਦੂਜੇ ਪਾਸੇ ਨੂੰ ਮੂਵ ਕਰ ਜਾਏਗੀ। ਕਦੋਂ ਤੱਕ ਮੂਵ ਕਰੇਗੀ, ਜਦੋਂ ਤੱਕ ਐਰਰ ਸਿਗਨਲ 0 ਨਹੀਂ ਹੋ ਜਾਂਦਾ, ਉਸੇ ਵੇਲੇ ਬੰਦ ਹੋ ਜਾਏਗੀ। ਠੀਕ ਹੈ, ਹੈਲੋ। ਇਸ ਗੱਲ ਨੂੰ ਫੇਰ ਪੂਰੀ ਤਰ੍ਹਾਂ ਨਾਲ ਦਿਮਾਗ 'ਚ ਬਿਠਾ ਲਓ। ਜਿਵੇਂ ਇੱਥੇ ਜਿਹੜਾ ਸਿਗਨਲ ਆਉਣਾ ਹੈ, ਇਹ ਮੰਨ ਲਓ ਜੇ ਅਸੀਂ ਵੋਲਟੇਜ ਸਟੈਬਲਾਈਜ਼ਰ 'ਚ ਮੋਟਰ ਲਾਈ ਹੈ, ਇਹ ਕਦੋਂ ਆਉਣਾ ਹੈ, ਜਦੋਂ ਜਾਂ ਵੋਲਟੇਜ ਵਧਣੀ ਹੈ ਜਾਂ ਘਟਣੀ ਹੈ। ਜੇ ਵੋਲਟੇਜ ਵੱਧ ਗਈ ਤਾਂ ਆਹ ਆਰਮੇਚਰ ਨੇ ਮੋਟਰ ਦੀ ਨੇ ਕੀ ਕਰਨਾ ਹੈ, ਇਹਨੇ ਰੋਟੇਟ ਕਰਕੇ ਵੋਲਟੇਜ ਨੂੰ ਘਟਾਉਣਾ ਹੈ। ਠੀਕ, ਤਾਂ ਕਿੰਨਾ ਚਿਰ ਚੱਲੇਗੀ ਮੋਟਰ ਇਹ, ਜਿੰਨਾ ਚਿਰ ਐਰਰ ਸਿਗਨਲ ਰਹੇਗਾ। ਜਿਵੇਂ ਹੀ ਐਰਰ ਸਿਗਨਲ 0 ਹੋਇਆ ਮੋਟਰ ਸਟਾਪ ਕਰ ਜੇ। ਠੀਕ, ਜੇ ਨੈਗੇਟਿਵ ਐਰਰ ਆ ਗਈ, ਮੰਨ ਲਓ ਵੋਲਟੇਜ ਘਟ ਗਈ, ਤਾਂ ਫਿਰ ਇਹ ਉਲਟ ਡਾਇਰੈਕਸ਼ਨ ਚੱਲੇਗਾ। ਕਦੋਂ ਤੱਕ ਚੱਲੇਗੀ ਮੋਟਰ, ਜਦੋਂ ਤੱਕ ਐਰਰ ਸਿਗਨਲ 0 ਨਹੀਂ ਹੋ ਜਾਂਦਾ। ਇਹ ਜ਼ਰੂਰੀ ਨਹੀਂ ਕਿ ਇੱਕ ਚੱਕਰ ਵੀ ਪੂਰਾ ਕਰੇ ਮੋਟਰ, ਨਾਟ ਨੈਸੈਸਰੀ। ਕਿਉਂਕਿ ਆਪਾਂ ਜਿਵੇਂ ਡਿਮਰ ਸਟਾਰਟ 'ਚ ਦੇਖਦੇ ਹਾਂ, ਇੱਕ ਚੱਕਰ ਪੂਰੇ ਦੇ ਵਿੱਚ ਤਾਂ 0 ਤੋਂ 260 ਵੋਲਟ ਤੱਕ ਵੇਰੀ ਕਰ ਜਾਂਦੀ ਹੈ ਨਾ। ਤੇ ਜੇ 20 ਵੋਲਟ ਵਧੀ ਹੈ ਤਾਂ ਇਹਦਾ ਮਤਲਬ 2-4 ਡਿਗਰੀ ਚੱਲ ਕੇ ਮੋਟਰ ਜਰਾ ਕੁ ਮੂਵ ਕਰਕੇ ਹਟ ਜਾਏਗੀ। ਆਹ ਜਿਹੜਾ ਪੁਆਇੰਟ ਹੈ ਮੈਂ ਪਹਿਲਾਂ ਹੀ ਕਿਹਾ ਸੀ, ਸਾਰੀਆਂ ਮੋਟਰਾਂ 'ਚ ਆਉਣਾ ਹੈ। ਮੋਟਰ ਰਿਵਰਸ ਦੇ ਵਿੱਚ ਹੋ ਜਾਂਦੀ ਹੈ ਡਾਇਰੈਕਸ਼ਨ ਦੇ, ਜੇ ਐਰਰ ਸਿਗਨਲ ਪੋਲੈਰਿਟੀ ਚੇਂਜ ਹੋ ਜੇ। ਇਹ ਲਾਰਜ ਲੋਡ ਲਈ ਯੂਜ਼ ਹੋ ਸਕਦੀ ਹੈ 1000 ਹਾਰਸ ਪਾਵਰ ਦਾ, ਕਿਉਂਕਿ ਇਹਦੇ 'ਚ ਫੀਲਡ ਕਰੰਟ ਘੱਟ ਹੈ, ਇਹਨੂੰ ਹਮੇਸ਼ਾ ਆਪਾਂ ਐਨਗੇਜ ਰੱਖ ਸਕਦੇ ਹਾਂ। ਇਹਦਾ ਡਾਇਨਮਿਕ ਰਿਸਪੌਂਸ ਵੀ ਕੁਇਕਰ ਹੈ, ਮਤਲਬ ਜਿਵੇਂ ਕਰੰਟ ਆਇਆ ਨਾਲ ਹੀ ਮੂਵ ਕਰੇਗੀ, ਉਹਨੂੰ ਕਹਿੰਦੇ ਡਾਇਨਮਿਕ ਰਿਸਪੌਂਸ। ਠੀਕ ਹੈ, 0 ਐਰਰ ਨੋ ਐਰਰ ਪੁਆਇੰਟ ਤੇ ਪਾਵਰ ਰਿਕੁਆਇਰਡ ਸਮਾਲ ਹੈ, ਉਹ ਆਪਾਂ ਪਹਿਲਾਂ ਡਿਸਕਸ ਕਰ ਲਿਆ ਕਿ ਫੀਲਡ ਕਰੰਟ ਨੂੰ ਜ਼ਿਆਦਾ ਨਹੀਂ ਚਾਹੀਦਾ, ਇਕਨੋਮਿਕਲ ਹੈ, ਇਸ ਕਰਕੇ ਇਹ ਚੀਪ ਵੀ ਰਹੇਗੀ, ਸਾਨੂੰ ਇਹਦਾ ਆਪਰੇਸ਼ਨ ਜਿਹੜਾ ਚੀਪ ਰਹੇਗਾ। ਤਾਂ ਇਹਨਾਂ ਦੋਨੋਂ ਮੋਟਰ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਉਹਦੇ ਚੋਂ ਇਹ ਮੋਟਰ ਬੈਟਰ ਹੈ। ਹੁਣ ਅਸੀਂ ਅਗਲੀ ਮੋਟਰ ਦੇਖਦੇ ਹਾਂ, ਇਹ ਹੈ ਸੀਰੀਜ਼ ਸਪਲਿਟ ਫੀਲਡ। ਨਾਮ ਹੀ ਦੱਸ ਰਿਹਾ ਕਿ ਹੈ ਤਾਂ ਇਹ ਫੀਲਡ ਕੰਟਰੋਲ ਮੈਥਡ ਹੀ, ਪਰ ਇਹਦੇ 'ਚ ਫੀਲਡ ਸਪਲਿਟ ਕੀਤਾ ਹੋਇਆ, ਇਹਦੇ ਦੋ ਪਾਰਟ ਕੀਤੇ ਹੋਏ ਨੇ। ਇੱਥੇ ਦੇਖੋ, ਆਹ ਫੀਲਡ ਦੇ ਦੋ ਪਾਰਟ ਕਰਤੇ ਆ। ਟੋਟਲ ਫੀਲਡ ਵਾਈਂਡਿੰਗ ਦੀ ਜਿਹੜੇ ਟਰਨਸ ਨੇ ਉਹਨਾਂ ਨੂੰ ਹਾਫ 'ਚ ਡਿਵਾਈਡ ਕਰਤਾ। ਅੱਧੀਆਂ ਟਰਨਾਂ ਤੋਂ ਬਾਅਦ ਆਹ ਟੈਪਿੰਗ ਲੈ ਲਈ ਇੱਥੇ, ਔਰ ਐਂਪਲੀਫਾਇਰ ਤੋਂ ਇਸ ਤਰ੍ਹਾਂ ਕਨੈਕਸ਼ਨ ਲਏ ਕਿ ਇੱਕ ਹਾਫ ਨੂੰ ਅਸੀਂ ਇਹਦੇ ਨਾਲ ਕਨੈਕਟ ਕਰ ਦਿੱਤਾ, ਇੱਦਾਂ ਦੋ ਟਰਮੀਨਲਾਂ ਨਾਲ, ਦੂਜੇ ਹਾਫ ਨੂੰ ਇੱਧਰਲੇ ਟਰਮੀਨਲਾਂ ਨਾਲ ਕਨੈਕਟ ਕਰਤਾ। ਮੇਨ ਵਾਈਂਡਿੰਗ ਦੇ ਵਿੱਚ ਸਪਲਾਈ ਅਸੀਂ ਕਾਂਸਟੈਂਟ ਰੱਖਾਂਗੇ, ਤੇ ਜਿਹੜਾ ਆਕਸਿਲਰੀ ਵਾਈਂਡਿੰਗ ਹੈ ਇਹਦੇ ਵਿੱਚ ਜੇ ਐਰਰ ਆਏਗੀ ਤਾਂ ਸਪਲਾਈ ਇੱਕ ਪਾਸੇ ਨੂੰ ਐਰਰ ਆਏਗੀ ਤਾਂ ਕਰੰਟ ਇੱਧਰ ਨੂੰ ਫਲੋ ਕਰੇਗਾ। ਤਾਂ ਉਸ ਕੇਸ ਦੇ ਵਿੱਚ ਕਰੰਟ ਅਪੋਜ਼ ਕਰ ਰਿਹਾ, ਜਿਵੇਂ ਇੱਥੇ ਦਿਖਾਇਆ ਹੋਇਆ ਅਪੋਜ਼ ਕਰ ਰਿਹਾ, ਤਾਂ ਫਲਕਸ ਘਟੇਗਾ, ਫਲਕਸ ਘਟੇਗਾ ਤਾਂ ਟਾਰਕ ਵੀ ਘਟੇਗੀ, ਇੱਕ ਡਾਇਰੈਕਸ਼ਨ 'ਚ ਮੋਟਰ ਚੱਲੇਗੀ। ਜੇ ਦੂਜੇ ਪਾਸੇ ਨੂੰ ਕਰੰਟ ਹੋ ਜਾਏਗਾ ਤਾਂ ਮੋਟਰ ਰਿਜ਼ਲਟੈਂਟ ਕਰੰਟ ਦੂਜੇ ਪਾਸੇ ਨੂੰ ਹੋ ਗਿਆ, ਫਿਰ ਦੂਸਰੇ ਪਾਸੇ ਨੂੰ ਮੋਟਰ ਚੱਲ ਪੈਗੀ, ਐਂਡ ਦੈਟਸ ਆਲ। ਫੀਲਡ ਵਾਈਂਡਿੰਗ ਦੋ ਪਾਰਟ ਸਪਲਿਟ ਕੀਤੀ ਹੈ,
ਜਿਹੜੇ ਪਾਰਟ ਦੇ ਵਿੱਚ ਕਰੰਟ ਜ਼ਿਆਦਾ ਹੋਏਗਾ ਉਧਰਲੀ ਡਾਇਰੈਕਸ਼ਨ 'ਚ ਮੋਟਰ ਚੱਲਣੀ ਸ਼ੁਰੂ ਹੋ ਜਾਏਗੀ ਸਾਡੀ, ਰਾਈਟ। ਅੱਛਾ, ਆਹ ਫਾਰਮੂਲਾ ਸਾਰੀਆਂ ਮੋਟਰਾਂ ਲਈ ਕਾਮਨ ਹੈ ਡੀਸੀ ਲਈ, ਟੀ ਇਜ਼ ਪ੍ਰਪੋਰਸ਼ਨਲ ਟੂ ਬਾਈ ਆਈ ਏ, ਬਾਰ-ਬਾਰ ਇਹੀ ਆਣਾ, ਠੀਕ ਹੈ। ਇਕੁਅਲ ਐਂਡ ਆਪੋਜਿਟ ਫਲਕਸ ਪ੍ਰੋਡਿਊਸ ਕਰਦੇ ਨੇ ਦੋਨੋਂ ਪਾਰਟ। ਜਦੋਂ ਐਰਰ ਆਏਗੀ ਤਾਂ ਇਹਨਾਂ ਦੇ ਵਿੱਚ ਡਿਫਰੈਂਸ ਆ ਜਾਏਗਾ, ਇੱਕ ਦਾ ਵੱਧ ਇੱਕ ਦਾ ਘੱਟ ਹੋ ਜਾਏਗਾ। ਜੇ ਇਹਦਾ ਵੱਧ ਹੋ ਗਿਆ ਇੱਕ ਡਾਇਰੈਕਸ਼ਨ 'ਚ ਮੋਟਰ ਚੱਲੇਗੀ, ਜੇ ਇਹਦਾ ਵੱਧ ਹੋ ਗਿਆ ਤਾਂ ਦੂਜੀ ਡਾਇਰੈਕਸ਼ਨ 'ਚ ਮੋਟਰ ਚੱਲੇਗੀ। ਬਾਕੀ ਡਿਸਐਡਵਾਂਟੇਜ ਇਹਦੇ ਵੀ ਫੀਲਡ ਕੰਟਰੋਲ ਵਾਲੇ ਹੈਗੇ ਹੀ ਨੇ। ਇਹਦੇ 'ਚ ਪਹਿਲਾਂ ਨਾਲੋਂ ਥੋੜਾ ਜਿਹਾ ਇੰਪਰੂਵ ਹੋ ਜਾਏਗਾ ਡਾਇਨਾਮਿਕ ਰਿਸਪੌਂਸ ਜਿਹੜੀ ਸਿੰਪਲ ਫੀਲਡ ਕੰਟਰੋਲ ਮੈਥਡ ਨਾਲੋਂ, ਕਿਉਂਕਿ ਫੀਲਡ ਦੇ ਵਿੱਚ ਹਮੇਸ਼ਾ ਕਰੰਟ ਹੈਗਾ ਹੀ ਹੈ, ਕਰੰਟ ਨੇ ਵੱਧ ਘੱਟ ਹੀ ਹੋਣਾ। ਉਸ 'ਚ ਕੀ ਸੀ, ਫੀਲਡ ਕਰੰਟ 0 ਹੋ ਜਾਂਦਾ ਸੀ ਪਹਿਲੇ ਮੈਥਡ 'ਚ, ਜੇ ਤੁਹਾਨੂੰ ਯਾਦ ਹੋਵੇ। ਜਿਹੜਾ ਫੀਲਡ ਕੰਟਰੋਲ ਮੈਥਡ ਹੈ ਉਹਦੇ 'ਚ ਫੀਲਡ ਕਰੰਟ ਇੱਕੋ ਹੀ ਸੀਗਾ, 0 ਹੋ ਜਾਂਦਾ ਸੀ, ਉਹ ਐਰਰ ਸਿਗਨਲ 0 ਹੋ ਜਾਂਦੀ ਸੀ। ਇੱਥੇ ਕਰੰਟ ਆ ਦੋਨੋਂ ਹਰ ਵੇਲੇ ਹੀ ਹੈਗੇ ਨੇ, ਯਾਦ ਰੱਖਣਾ। ਆਹ ਕਰੰਟ ਵੀ ਫਲੋ ਕਰ ਰਿਹਾ, ਇਧਰਲਾ ਵੀ ਫਲੋ ਕਰ ਰਿਹਾ। ਐਰਰ ਨੇ ਕੀ ਕਰਨਾ ਹੈ, ਜੇ ਇੱਕ ਡਾਇਰੈਕਸ਼ਨ 'ਚ ਐਰਰ ਆਈ ਤਾਂ ਆਕਸਿਲਰੀ ਵਾਈਂਡਿੰਗ ਵਾਲਾ ਕਰੰਟ ਵੱਧ ਜਾਣਾ ਇਹਦੇ ਨਾਲੋਂ, ਤਾਂ ਇੱਕ ਡਾਇਰੈਕਸ਼ਨ 'ਚ ਮੋਟਰ ਚੱਲੇਗੀ। ਤੇ ਜੇ ਦੂਜੀ ਡਾਇਰੈਕਸ਼ਨ ਦੇ ਵਿੱਚ ਐਰਰ ਆ ਗਈ ਤਾਂ ਮੇਨ ਵਾਲਾ ਕਰੰਟ ਵੱਧ ਜਾਏਗਾ, ਇਹ ਕਰੰਟ ਘਟ ਜਾਏਗਾ, ਤਾਂ ਫਿਰ ਟਾਰਕ ਦੂਸਰੀ ਡਾਇਰੈਕਸ਼ਨ 'ਚ ਪ੍ਰੋਡਿਊਸ ਹੋ ਜਾਏਗੀ, ਠੀਕ ਹੈ। ਇਹ ਐਡਵਾਂਟੇਜ ਹੋ ਗਏ ਇਹਦੇ। ਫਾਈਨਰ ਡਿਗਰੀ ਆਫ ਕੰਟਰੋਲ, ਜ਼ਿਆਦਾ ਵਧੀਆ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਡਾਇਨਾਮਿਕ ਰਿਸਪੌਂਸ ਬੈਟਰ ਹੈ, ਇੱਕਦਮ ਮੋਟਰ ਐਕਸ਼ਨ ਲੈਂਦੀ ਹੈ। ਡਾਇਰੈਕਸ਼ਨ ਆਫ ਰੋਟੇਸ਼ਨ ਮੋਰ ਰਿਸਪੌਂਸਿਵ ਹੈ ਵੈਰੀ ਸਮਾਲ ਸਿਗਨਲ ਲਈ ਵੀ। ਆਲਰੇਡੀ ਕਰੰਟ ਹੈਗਾ ਫੀਲਡ ਦੇ ਵਿੱਚ, ਟਾਰਕ ਦੇ ਲਈ ਤਿਆਰੀ ਹੈ, ਜਦੋਂ ਹੀ ਥੋੜਾ ਜਿਹਾ ਡਿਫਰੈਂਸ ਆਇਆ ਨਾਲ ਹੀ ਮੋਟਰ ਨੇ ਮੂਵ ਕਰ ਜਾਣਾ। ਮੇਨ ਔਰ ਆਕਸਿਲਰੀ ਵਾਈਂਡਿੰਗ ਜਦੋਂ ਵੀ ਕਰੰਟ ਦਾ ਡਿਫਰੈਂਸ ਆ ਜਾਏਗਾ ਉਸੇ ਵੇਲੇ ਮੋਟਰ ਮੂਵ ਕਰ ਜਾਏਗੀ, ਤਾਂ ਡਿਗਰੀ ਆਫ ਕੰਟਰੋਲ ਵੀ ਫਾਈਨਰ ਹੋ ਜਾਏਗਾ। ਮਤਲਬ ਬਹੁਤ ਜ਼ਿਆਦਾ ਵਧੀਆ ਕੰਟਰੋਲ ਮਿਲੇਗਾ ਸਾਨੂੰ, ਇੱਕ ਵੋਲਟ ਦਾ ਜੇ ਵੋਲਟੇਜ ਸਟੈਬਲਾਈਜ਼ਰ 'ਚ ਮੰਨ ਲਓ ਲਾਉਣੀ ਹੈ, ਜੇ ਟਾਰਕ ਕੰਟਰੋਲ ਚਲਾਉਣੀ ਹੈ, ਸਪੀਡ ਕੰਟਰੋਲ ਚਲਾਉਣੀ ਹੈ, ਇੱਕ RPM ਬਿਲਕੁਲ ਫਾਈਨ ਕੰਟਰੋਲ ਮਿਲੇਗਾ ਆਪਾਂ ਨੂੰ ਮੋਟਰ, ਕਾਂਸਟੈਂਟ। ਓਕੇ, ਨੈਕਸਟ ਹੈ ਸਾਡੀ ਚੌਥੀ, ਪਰਮਾਨੈਂਟ ਮੈਗਨੇਟ ਆਰਮੇਚਰ ਕੰਟਰੋਲ DC ਮੋਟਰ। ਨਾਮ ਹੀ ਦੱਸ ਰਿਹਾ, ਇਹਦੇ 'ਚ ਫੀਲਡ ਸਿਸਟਮ ਜਿਹੜਾ ਪਰਮਾਨੈਂਟ ਪੋਲ ਨੇ, ਨਾਰਥ ਸਾਊਥ ਦੋਨੇ ਪੋਲ ਪਰਮਾਨੈਂਟ ਨੇ। ਜਰਾ ਹੋਲਡ ਕਰਿਓ ਵੀ, ਜਰਾ ਮੈਂ ਸਕਰੀਨਸ਼ਾਟ ਲੈਣ ਲੱਗਿਆ, ਉਸ ਤੋਂ ਬਾਅਦ ਲੈਣੇ। ਅੱਛਾ ਕੋਈ ਗੱਲ ਨਹੀਂ, ਕੀ ਪ੍ਰੋਬਲਮ ਹੈ ਉਹ ਬਾਅਦ 'ਚ ਦੱਸ ਦਿਓ ਮੈਨੂੰ ਮੈਸੇਜ ਕਰਕੇ। ਅੱਛਾ ਵੀ ਇੱਕ ਆ ਦੇਖੋ, ਜਿਹੜੇ ਰੋਲ ਨੰਬਰ 11 ਹੈ ਬਲਪ੍ਰੀਤ ਨਰਿੰਦਰ ਸਿੰਘ ਹੈ, ਨਵਜੋਤ 554 ਹੈ, ਇਹਨਾਂ ਦੇ ਜਿਹੜੇ ਨਾਮ ਤੋਂ ਰੋਲ ਨੰਬਰ ਬਾਅਦ 'ਚ ਆਉਂਦਾ ਠੀਕ ਕਰ ਲਓ ਇਹਨੂੰ, ਨਹੀਂ ਤਾਂ ਫਿਰ ਇਹਨਾਂ ਨੂੰ ਅਟੈਂਡੈਂਸ ਨਹੀਂ ਮਿਲਿਆ ਕਰਨੀ। तो ਅੱਜ ਮੈਂ ਰੋਲ ਨੰਬਰ ਉਹਨਾਂ ਦੇ ਵੀ ਪਾਏ ਸੀ ਜਿਨ੍ਹਾਂ ਨੇ ਟੈਸਟ ਦੇ ਵਿੱਚ ਆਪਣੀ ਫਾਈਲ ਦਾ ਨਾਮ ਠੀਕ ਨਹੀਂ ਲਿਖਿਆ, ਜਾਂ PDF ਜਿਹੜੀ ਬਣਾਉਣੇ ਹੋ ਤੁਸੀਂ ਉਹਦੀ ਅਸਾਈਨਮੈਂਟ ਦੀ, ਉਹਦੇ ਵਿੱਚ ਵੀ ਰੋਲ ਨੰਬਰ ਦੇ ਨਾਲ ਸ਼ੁਰੂ ਹੋਣਾ ਫਾਈਲ ਦਾ ਨੇਮ, ਬਾਅਦ ਜੋ ਮਰਜ਼ੀ ਲਿਖਦੇ ਰਹੋ। ਪਹਿਲਾਂ ਸਟਾਰਟਿੰਗ 'ਚ ਆਪਣਾ ਤੁਹਾਡਾ ਰੋਲ ਨੰਬਰ, ਫਿਰ ਇੱਕ ਸਪੇਸ, ਉਸ ਤੋਂ ਬਾਅਦ ਜੋ ਮਰਜ਼ੀ ਲਿਖ ਦਿਓ, ਅਸਾਈਨਮੈਂਟ ਨੰਬਰ 2 ਹੈ, ਟੈਸਟ ਨੰਬਰ 2 ਹੈ, ਜੋ ਮਰਜ਼ੀ ਲਿਖਦੇ ਰਿਹਾ ਕਰੋ, ਜਾਂ ਆਪਣਾ ਨਾਮ ਲਿਖ, ਠੀਕ ਹੈ। ਨੋਟ ਕਰ ਲਓ ਸਾਰੇ ਜਿੰਨੇ ਵੀ ਹਾਜ਼ਰ ਹਾਂ। ਅੱਛਾ, ਤਾਂ ਆਪਾਂ ਗੱਲ ਕਰ ਰਹੇ ਸੀ ਪਰਮਾਨੈਂਟ ਮੈਗਨੇਟ ਫੀਲਡ ਦੀ। ਪਰਮਾਨੈਂਟ ਨਾਰਥ ਤੇ ਸਾਊਥ ਪੋਲ ਲੱਗੇ ਹੋਏ ਨੇ, ਆਰਮੇਚਰ ਨੂੰ ਅਸੀਂ ਕੰਟਰੋਲ ਕਰਾਂਗੇ, ਆਰਮੇਚਰ ਨੂੰ ਲਗਾਤਾ ਐਰਰ ਸਿਗਨਲ ਦੇ ਕ੍ਰਾਸ, ਤਾਂ ਬਾਕੀ ਸਾਰਾ ਕੁਝ ਇਸ ਦਾ ਪਹਿਲੀ ਮੋਟਰ ਵਾਲਾ ਹੀ ਹੈ ਜਿਹੜਾ ਫੀਲਡ ਆਰਮੇਚਰ ਕੰਟਰੋਲ ਮੈਥਡ ਵਾਲਾ ਹੀ, ਸਿਰਫ ਫੀਲਡ ਪਰਮਾਨੈਂਟ ਮੈਗਨੇਟ ਹੈ, ਇੱਥੇ ਬੈਟਰੀ ਨਹੀਂ ਲਗਾਈ ਆਪਾਂ ਨੇ ਬਸ। ਪਰਮਾਨੈਂਟ ਮੈਗਨੇਟ ਮਟੀਰੀਅਲ ਜਿਵੇਂ ਐਲਨੀਕੋ, ਐਲੂਮੀਨੀਅਮ, ਨਾਈਕ੍ਰੋਮ ਕੋਬਾਲਟ ਦਾ ਜਿਹੜਾ ਅਲਾਈ ਦਾ ਬਣਾ ਲਿਆ ਸੀ, ਉਹ ਪਰਮਾਨੈਂਟ ਮੈਗਨੇਟ ਨੇ ਸਾਨੂੰ ਫੀਲਡ ਦਿੱਤਾ, ਬਾਕੀ ਸਾਰਾ ਸਿਸਟਮ ਜਿਹੜਾ ਸੇਮ ਰਹੇਗਾ। ਆ ਇਕੁਏਸ਼ਨ ਵੀ ਸੇਮ ਹੈ ਦੇਖੋ, ਠੀਕ ਹੈ। ਆਰਮੇਚਰ ਕਨੈਕਟ ਕਰਨੀ ਹੈ DCRR ਐਂਪਲੀਫਾਇਰ ਨੂੰ, ਮੈਗਨੈਟਿਕ ਫੀਲਡ ਫਿਕਸ ਹੈ, ਪਰਮਾਨੈਂਟ ਮੈਗਨੇਟ ਹੈ। ਤੇ ਕਾਹਦੇ ਲਈ ਕੰਟਰੋਲ ਕਰਦੇ ਆ, ਪੋਜੀਸ਼ਨ ਕੰਟਰੋਲ ਲਈ ਯੂਜ਼ ਕਰਦੇ, ਇਹਨੂੰ ਟਾਰਕ ਮੋਟਰ ਵੀ ਕਹਿੰਦੇ ਆ, ਵੈਲੋਸਿਟੀ ਕੰਟਰੋਲ 'ਚ ਵੀ ਇਸ ਨੂੰ ਯੂਜ਼ ਕਰਦੇ ਆ।
ठीक है, क्योंकि ये सिंपल है, सिर्फ एरर सिग्नल ही चाहिए ਇਹਦੇ 'ਚ ਆਪਾਂ ਨੂੰ ਡੀਸੀ ਸਪਲਾਈ ਦੀ ਲੋੜ ਹੀ ਨਹੀਂ। ਦੇਖੋ परमानेंट पोल लगाते, एरर सिग्नल की सप्लाई ते चली जाना कल्ले। ठीक है, इस बाद आ गई साडे कोले ये हो गई 4 साडियां डीसी मोटर सी, डीसी सर्वो मोटर। डीसी सर्वो मोटर की ने एक्चुअली सैपरेटली एक्साइटेड डीसी मोटर ही ने, ਜਾਂ एक ਜਿਹੜੀ ਇਹ ਹੈਗੀ परमानेंट मैगनेट फील्ड टाइप मोटर ने, ਜਿਹਦੇ ਵਿੱਚੋਂ ਜਾਂ ਅਸੀਂ ਆਰਮੇਚਰ ਨੂੰ ਕੰਟਰੋਲ ਕਰ ਰਹੇ ਹਾਂ ਤੇ ਜਾਂ ਅਸੀਂ ਫੀਲਡ ਵਾਈਂਡਿੰਗ ਨੂੰ ਕੰਟਰੋਲ ਕਰ ਰਹੇ ਹਾਂ। ਨੈਕਸਟ ਹੈਗੀਆਂ ਸਾਡੀਆਂ ਏਸੀ ਮੋਟਰਸ। ਇਹਨਾਂ ਦੀ ਵੀ ਫੰਕਸ਼ਨਿੰਗ ਆਲਮੋਸਟ ਉਹੀ ਜਿਹੀ ਹੋਈ ਹੈ। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਵੇਂ ਸਿੰਗਲ ਫੇਸ ਮੋਟਰ ਦੇ ਵਿੱਚ 2 ਵਾਈਂਡਿੰਗਾਂ ਹੁੰਦੀਆਂ ਨੇ, ਮੇਨ ਵਾਈਂਡਿੰਗ ਤੇ ਸਟਾਰਟਿੰਗ ਵਾਈਂਡਿੰਗ। ਇੱਥੇ ਸਟਾਰਟਿੰਗ ਵਾਲੀ ਦਾ ਨਾਂ ਰੱਖਤਾ ਆਪਾਂ ਕੰਟਰੋਲ ਵਾਈਂਡਿੰਗ, ਮੇਨ ਵਾਈਂਡਿੰਗ ਨੂੰ ਕਹਿ ਤਾ ਅਸੀਂ ਰੈਫਰੈਂਸ ਵਾਈਂਡਿੰਗ, ਹੋਰ ਕੋਈ ਫਰਕ ਨਹੀਂ। ਇਹਨੂੰ ਅਸੀਂ ਰੈਗੂਲਰ ਕੌਨਸਟੈਂਟ ਏਸੀ ਸਪਲਾਈ ਲਗਾ ਕੇ ਰੱਖਾਂਗੇ ਰੈਫਰੈਂਸ ਵਾਈਂਡਿੰਗ ਨੂੰ। ਤੇ ਜਿਹੜੀ ਕੰਟਰੋਲ ਵਾਈਂਡਿੰਗ ਹੈ ਜਾਂ ਆਪਣੀ ਆਮ ਮੋਟਰ 'ਚ ਸਟਾਰਟਿੰਗ ਵਾਈਂਡਿੰਗ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਅਸੀਂ ਦੇ ਦਾਂਗੇ ਐਰਰ ਸਿਗਨਲ। ਜਦੋਂ ਵੀ ਐਰਰ ਆਏਗੀ ਇੱਕ ਡਾਇਰੈਕਸ਼ਨ 'ਚ ਕਰੰਟ ਫਲੋ ਹੋਏਗਾ ਤਾਂ ਸਾਡਾ ਰੋਟਰ ਜਿਹੜਾ ਇੱਕ ਡਾਇਰੈਕਸ਼ਨ 'ਚ ਰੋਟੇਟ ਕਰ ਜਾਏਗਾ। ਜੇ ਐਰਰ ਨੈਗੇਟਿਵ ਆ ਗਈ, ਉਲਟ ਡਾਇਰੈਕਸ਼ਨ ਜਿੱਥੋਂ ਕਰੰਟ ਗਿਆ, ਤਾਂ ਰੋਟਰ ਸਾਡਾ ਉਹ ਪਹਿਲੇ ਤੋਂ ਆਪੋਜਿਟ ਡਾਇਰੈਕਸ਼ਨ 'ਚ ਰੋਟੇਟ ਕਰ ਜਾਏਗਾ। ਕਿੰਨੀ ਦੇਰ ਤੱਕ ਰੋਟੇਟ ਕਰੇਗਾ? ਜਦੋਂ ਤੱਕ ਐਰਰ ਸਿਗਨਲ ਨਹੀਂ ਆਉਂਦਾ। ਇਟ ਓਕੇ? ਪਰ ਇੱਥੇ ਡਿਫਰੈਂਸ ਕੀ ਹੈ, ਇੱਥੇ ਐਂਪਲੀਫਾਇਰ ਏਸੀ ਹੈ, ਉੱਥੇ ਡੀਸੀ ਐਂਪਲੀਫਾਇਰ ਸੀ, ਇੱਥੇ ਏਸੀ ਸਿਗਨਲ ਹੋਏਗਾ। ਐਰਰ ਸਿਗਨਲ ਇੱਥੇ ਜਿਹੜਾ ਜਨਰੇਟ ਕਰਾਂਗੇ ਉਹ ਏਸੀ ਹੋਏਗਾ। ਪਹਿਲੇ ਦੇ ਵਿੱਚ ਐਰਰ ਸਿਗਨਲ ਆਪਾਂ ਡੀਸੀ ਬਣਾਇਆ ਸੀ। ਇਹ ਡਿਫਰੈਂਸ ਰਹੇਗਾ। ਇਟ ਓਕੇ? ਤਾਂ ਇਹਦੇ ਵਿੱਚ ਖਾਸੀਅਤ ਕੀ ਹੈ, ਦੋਨੋਂ ਵਾਈਂਡਿੰਗਾਂ ਜਿਵੇਂ ਸਿੰਗਲ ਫੇਜ਼ ਇੰਡਕਸ਼ਨ ਮੋਟਰ 'ਚ 90 ਡਿਗਰੀ ਡਿਸਪਲੇਸਡ ਹੁੰਦੀਆਂ ਇੱਕ ਦੂਜੇ ਤੋਂ, ਇਹਦੇ ਵਿੱਚ ਵੀ 90 ਡਿਗਰੀ ਹੁੰਦੀਆਂ ਨੇ। ਮਤਲਬ ਕੰਸਟਰਕਸ਼ਨ ਸਿੰਪਲ ਸਿੰਗਲ ਫੇਜ਼ ਮੋਟਰ ਵਾਲੀ। ਰੈਫਰੈਂਸ ਵਾਈਂਡਿੰਗ ਨੂੰ ਏਸੀ ਸਪਲਾਈ ਨੂੰ ਕਨੈਕਟ ਕਰਦੇ ਆਪਾਂ ਡਿਸਕਸ ਕਰ ਹੀ ਲਿਆ। ਕੰਟਰੋਲ ਵਾਈਂਡਿੰਗ ਨੂੰ ਆਪਾਂ ਐਰਰ ਸਿਗਨਲ ਨਾਲ ਲਾਉਂਦੇ ਹਾਂ। ਤੇ ਟਾਰਕ ਪ੍ਰੋਡਿਊਸ ਇਹੋ ਜਿਹੀ ਡਾਇਰੈਕਸ਼ਨ 'ਚ ਹੁੰਦੀ ਹੈ ਜਿਹਦੇ ਨਾਲ ਐਰਰ ਸਿਗਨਲ ਘਟ ਜਾਏ। ਇਹ ਤਾਂ ਨੈਚੁਰਲ ਹੈ ਨਾ, ਐਰਰ ਸਿਗਨਲ ਘਟਾਉਣ ਲਈ। ਇਹ ਮੋਟਰ ਜ਼ਿਆਦਾ ਯੂਜ਼ ਹੁੰਦੀ ਹੈ ਸਰਵੋ ਮੋਟਰ ਦੇ ਤੌਰ 'ਤੇ, ਸਿੰਪਲ ਹੈ ਸਭ ਤੋਂ, ਕਿਉਂਕਿ ਇਹ 'ਚ ਕਮੂਟੇਟਰ ਵਗੈਰਾ ਕੁਛ ਨਹੀਂ ਹੈ ਨਾ। ਇਸ ਡੀਸੀ ਮੋਟਰ 'ਚ ਕਮੂਟੇਟਰ ਵਗੈਰਾ ਦੀ ਪ੍ਰੋਬਲਮਸ ਆਉਂਦੀਆਂ। ਇਹ ਤੋਂ ਬਾਅਦ ਇੱਕ ਟਾਈਪ ਦੀ ਮੋਟਰ ਸਾਡੇ ਕੋਲੇ ਹੋਰ ਹੈ ਏਸੀ ਮੋਟਰ, ਜਿਹੜੀ ਘੱਟ ਯੂਜ਼ ਹੁੰਦੀ ਹੈ ਲੇਕਿਨ ਆਪਾਂ ਡਿਸਕਸ ਜ਼ਰੂਰ ਕਰਾਂਗੇ ਉਹਨੂੰ ਵੀ। ਉਹ ਹੈ ਸ਼ੇਡਡ ਪੋਲ ਮੋਟਰ। ਸ਼ੇਡਡ ਪੋਲ ਨੇ ਜਿਹੜੇ, ਉਹਨਾਂ ਨੂੰ ਆ ਰੀਪ੍ਰਜੈਂਟ ਕਰ ਰਹੀਆਂ, ਆ ਵਾਈਂਡਿੰਗਾਂ ਸ਼ੇਡਡ ਪੋਲ ਨੂੰ ਰੀਪ੍ਰਜੈਂਟ ਕਰ ਰਹੀਆਂ। 4 ਪੋਲ ਨੇ ਮੰਨ ਲਓ, ਆ 2 ਪੋਲ ਨੂੰ ਇੱਕ ਰੀਪ੍ਰਜੈਂਟ ਕਰ ਰਹੀ ਆ, 2 ਨੂੰ ਇੱਕ ਕਰ ਰਹੀ ਹੈ। ਤਾਂ ਸਾਡੇ ਕੋਲ ਏਸੀ ਸਪਲਾਈ ਮੇਨ ਫੀਲਡ ਨੂੰ ਲਗਾਤੀ, ਤੇ ਜਿਹੜੇ ਉਹ ਫੀਲਡ ਦੇ ਵਿੱਚ ਰਿੰਗ ਪਾਏ ਹੁੰਦੇ ਨਾ, ਸ਼ੇਡਿੰਗ ਰਿੰਗ, ਉਹ ਆ ਸ਼ੋ ਹੋਏ ਨੇ। ਇਸ ਵੇਲੇ ਇਹ ਸਾਰੇ ਰਿੰਗ ਓਪਨ ਨੇ। ਆ ਦੇਖੋ ਇੱਥੋਂ ਸੈਂਟਰ 'ਚੋਂ ਇਸ ਪੁਆਇੰਟ ਤੇ ਦੇਖੋ, ਆ ਓਪਨ ਨੇ ਇੱਥੇ ਆ ਕੇ। ਠੀਕ ਹੈ, ਤੇ ਆ ਰਿਲੇ ਜਿਹੜੀ ਹੈ ਸਾਡੀ, ਇਹ ਕੀ ਕਰੇਗੀ, ਇਹ ਫੇਸ ਸੈਂਸਿਟਿਵ ਰਿਲੇ ਹੈ। ਜੇ ਇੱਕ ਪਾਸੇ ਨੂੰ ਐਰਰ ਸਿਗਨਲ ਆਊਗਾ ਏਸੀ ਦਾ, ਤਾਂ ਇਹ ਰਿਲੇ ਇਹਨੂੰ ਆਪਣੇ ਆਰਮੇਚਰ ਨੂੰ ਉੱਪਰ ਨੂੰ ਖਿੱਚ ਲੇਗੀ, ਤਾਂ ਆਹ ਕੰਟੈਕਟ ਉੱਪਰਲੇ ਪਾਸੇ ਮੇਕ ਹੋ ਜਾਏਗਾ। ਇਹ ਕੰਟੈਕਟ ਸਾਡਾ ਇਦਾਂ ਬਣ ਜਾਏਗਾ, ਇਹਦੇ ਨਾਲ ਜੁੜ ਜਾਏਗਾ। ਜੇ ਇਹਦੇ ਨਾਲ ਜੁੜ ਗਿਆ, ਫਿਰ ਕਰੰਟ ਸਾਡਾ ਕਿੱਥੇ ਨੂੰ ਲੰਘੇਗਾ? ਆਹ ਸ਼ਾਰਟ ਹੋ ਗਈ, ਆਹ ਰਸਤਾ ਸਾਡਾ ਸ਼ਾਰਟ ਹੋ ਗਿਆ। ਇਹ ਰਿੰਗ ਸਾਡੇ ਸ਼ਾਰਟ ਹੋ ਗਏ, ਰਿੰਗ ਸ਼ਾਰਟ ਹੋ ਗਏ। ਮੰਨ ਲਓ ਇਹ ਪੋਲ ਦੇ ਇੱਕ ਪਾਸੇ ਲਾਏ ਹੋਏ ਨੇ, ਤਾਂ ਉਧਰਲੇ ਪਾਸੇ ਨੂੰ ਮੋਟਰ ਸਾਡੀ ਰੋਟੇਟ ਹੋਣ ਲੱਗ ਜਾਏਗੀ। ਠੀਕ, ਤੇ ਜੇ ਰਿਲੇ ਨੂੰ ਸਪਲਾਈ ਅਸੀਂ ਆਪੋਜਿਟ ਸਿਗਨਲ ਦੇਤਾ, ਫਿਰ ਕੀ ਹੋਏਗਾ? ਫਿਰ ਇਹ ਆਰਮੇਚਰ ਨੂੰ ਆਪਣੇ ਨੂੰ ਨੀਚੇ ਸ਼ਿਫਟ ਕਰੇਗਾ। ਠੀਕ, ਤੇ ਇਹਨੂੰ ਸ਼ਿਫਟ ਕਰੇਗਾ ਤਾਂ ਫਿਰ ਸਾਡੇ ਕਨੈਕਸ਼ਨ ਕਿਹੜੇ ਪਾਸੇ ਬਣ ਜਾਣਗੇ? ਆ ਜਿਹੜਾ ਆਰਮੇਚਰ ਹੈ ਇੱਧਰ ਮੇਕ ਕਰ ਦੇਗਾ ਕਨੈਕਸ਼ਨ ਇਸ ਜਗ੍ਹਾ ਤੇ। ਠੀਕ, ਹੁਣ ਸਾਡਾ ਜਿਹੜੇ ਸ਼ਾਰਟਿੰਗ ਸਰਕਟ ਆ ਬਣ ਗਿਆ, ਆ ਰਸਤਾ ਬਣ ਗਿਆ। ਠੀਕ, ਇਸ ਦੇ ਨਾਲ ਕੀ ਹੋਏਗਾ? ਹੁਣ ਦੂਜੇ ਪਾਸੇ ਵਾਲੇ ਪੋਲ ਜਿਹੜੇ ਨੇ ਉਹ ਸ਼ੇਡ ਹੋ ਜਾਣਗੇ, ਤਾਂ ਡਾਇਰੈਕਸ਼ਨ ਆਫ ਰੋਟੇਸ਼ਨ ਸਾਡੀ ਆਪੋਜਿਟ ਹੋ ਜਾਏਗੀ। ਇਹਨੂੰ ਤੁਸੀਂ ਸਮਝ ਲਓ ਬੇਸ਼ੱਕ। ਇਹ ਮੰਨ ਲਓ ਆਪਣਾ ਸ਼ੇਡਡ ਪੋਲ ਹੈ ਇੱਕ, ਆਹ ਵਾਈਂਡਿੰਗ ਇੱਥੇ ਆਪਾਂ ਨੇ ਪਾਈਆਂ ਹੋਈਆਂ ਨੇ, ਇੱਧਰਲੇ ਪਾਸੇ ਵੀ ਆ ਵਾਈਂਡਿੰਗ ਨਾਲ, ਮੇਨ ਵਾਈਂਡਿੰਗ ਨੇ ਜਿਹੜੀ ਆਹ ਵਾਲੀ ਵਾਈਂਡਿੰਗ ਹੈ ਇੱਥੇ ਅਸੀਂ ਸ਼ੇਡਿੰਗ ਪੋਲ ਪਾਤਾ ਇੱਕ ਪਾਤਾ ਇੱਧਰਲੇ ਪਾਸੇ ਹੋਲ ਕਰਕੇ, ਇੱਥੇ ਸ਼ੇਡਿੰਗ ਪੋਲ ਪਾਤਾ। ਜੇ ਤਾਂ ਆਹ ਪੋਜੀਸ਼ਨ ਹੈ ਮੰਨ ਲਓ, ਤਾਂ ਇੱਧਰਲਾ ਪੋਲ ਜੇ ਸ਼ਾਰਟ ਹੋ ਰਿਹਾ ਇਹ ਵਾਲਾ,
ਐਸ ਡਾਇਰੈਕਸ਼ਨ ਵਾਲਾ ਪੋਲ ਸ਼ਾਰਟ ਹੋ ਰਿਹਾ ਤਾਂ ਮੋਟਰ ਦੀ ਡਾਇਰੈਕਸ਼ਨ ਰੋਟੇਸ਼ਨ ਕਿੱਧਰ ਨੂੰ ਹੋਏਗੀ, ਇਸ ਪਾਸੇ ਨੂੰ। ਠੀਕ ਹੈ, ਜੇ ਆ ਰਿਲੇ ਉੱਪਰਲੇ ਪਾਸੇ ਜੁੜੀ ਹੋਈ ਹੈ ਫਿਰ ਕੀ ਹੋ ਜਾਏਗਾ, ਫਿਰ ਇਹ ਸ਼ਾਰਟ ਹੋਏਗਾ, ਫਿਰ ਰੋਟੇਸ਼ਨ ਇਧਰਲੇ ਪਾਸੇ ਨੂੰ। तो जिन्ने भी पोल की मोटर होएगी सारे पोलों के विच इस तरह शेडिंग आप दो डबल शेडिंग पोल रिंग पावांगे। ठीक है, एक पासे वाले रिंगां नूं सप्लाई देवांगे तो एक पासे मोटर चलेगी, दूजे पासे वाले देवांगे दूजे पासे चलेगी। पर हुण ये सप्लाई देवांगे किवें आपां, एरर तो। एरर एक पासे नूं है, पॉजिटिव एरर है तां इधरले पासे नूं मान लो मिल गया सिग्नल, नैगेटिव हो गई तो रिले ने उपर नूं खिच लेना इहनूं, तां फिर आ दूजे जिहड़े शेडिंग पोल ने वो शॉर्ट हो जाएंगे, ਜਿਹੜੇ ਰਿੰਗਸ ਨੇ। ਆ ਰਿੰਗ ਸਮਝ ਲਓ ਇਸ ਗੱਲ ਨੂੰ, ਆ ਰਿੰਗ ਸ਼ਾਰਟ ਹੋ ਰਹੇ ਨੇ, ਜਿਹੜੇ ਸ਼ੇਡਿੰਗ ਰਿੰਗ ਜਾਂ ਸ਼ੇਡਿੰਗ ਬੈਂਡ ਪਾਏ ਹੁੰਦੇ ਨੇ ਆਪਾਂ, ਤੇ ਜਿਹੜੀ ਸਾਈਡ ਵਾਲੇ ਸ਼ਾਰਟ ਕਰ ਦਾਂਗੇ ਉਧਰਲੇ ਪਾਸੇ ਨੂੰ ਮੋਟਰ ਚੱਲ ਪੈਗੀ। ਕਦੋਂ ਤੱਕ ਚੱਲੇਗੀ, ਜਦੋਂ ਤੱਕ ਐਰਰ ਰਹੇਗੀ ਉਦੋਂ ਤੱਕ ਸ਼ਾਰਟ ਹੋਏ ਰਹਿਣਗੇ। ਠੀਕ ਹੈ, ਉਸ ਤੋਂ ਬਾਅਦ ਮੋਟਰ ਜਦੋਂ ਐਰਰ ਜ਼ੀਰੋ, ਇਹਨੇ ਚੱਲਣਾ ਕਾਹਦੇ ਵਾਸਤੇ, ਐਰਰ ਨੂੰ ਜ਼ੀਰੋ ਕਰਨ ਲਈ। ਜਦੋਂ ਐਰਰ ਜ਼ੀਰੋ ਹੋ ਜਾਏਗੀ ਤਾਂ ਮੋਟਰ ਸਾਡੀ ਸਟਾਪ ਕਰ ਜੇ। ਓਕੇ, ਤਾਂ ਇਹਦੇ ਵਿੱਚ ਜਿਹੜਾ ਸਿਗਨਲ ਹੈ ਉਹ ਬਹੁਤਾ ਜ਼ਿਆਦਾ ਕੁਇਕ ਨਹੀਂ ਹੈਗਾ ਰਿਸਪੌਂਸ ਇਹਦਾ, ਇਸ ਕਰਕੇ ਇਸ ਮੋਟਰ ਨੂੰ ਘੱਟ ਯੂਜ਼ ਕਰਦੇ ਆ। ਜੇ ਏਸੀ ਮੋਟਰਾਂ ਦੇ ਵਿੱਚੋਂ ਆਪਾਂ ਦੇਖਣੀ ਹੋਵੇ ਤਾਂ ਸਭ ਤੋਂ ਜ਼ਿਆਦਾ ਯੂਜ਼ ਕਰਦੇ ਨੇ 2 ਫੇਸ ਵਾਲੀ ਨੂੰ, ਜਿਹੜੀ ਪਹਿਲੀ ਪੜ੍ਹੀ ਸੀ ਆਪਾਂ ਨੇ। ਆ ਜਿਹੜੀ ਰਿਲੇ ਸਾਡੇ ਕੋਲ ਇੱਥੇ ਲਗਾਈ ਹੈ ਇਹਦਾ ਨਾਮ ਹੈ ਫੇਜ਼ ਸੈਂਸਿਟਿਵ ਰਿਲੇ। ਫੇਜ਼ ਸੈਂਸਿਟਿਵ ਰਿਲੇ ਕੀ ਕਰਦੀ ਹੈ, ਜੇ ਇੱਕ ਪਾਸੇ ਨੂੰ ਸਿਗਨਲ ਦਾ ਕਰੰਟ ਆਉਂਦਾ ਹੈ ਤਾਂ ਇਹ ਨੀਚੇ ਨੂੰ ਸ਼ਿਫਟ ਕਰ ਦਿੰਦੀ ਹੈ ਆਰਮੇਚਰ ਨੂੰ, ਦੂਜੇ ਪਾਸੇ ਨੂੰ ਆਉਂਦਾ ਤਾਂ ਉੱਪਰ ਨੂੰ ਸ਼ਿਫਟ ਕਰ ਦਿੰਦੀ ਹੈ। ਡਿਫਰੈਂਟ ਸ਼ੇਡਿੰਗ ਬੈਂਡ ਨੂੰ ਸ਼ਾਰਟ ਕਰਦੀ ਹੈ ਤਾਂ ਉਹਦੇ ਨਾਲ ਮੋਟਰ ਦੀ ਡਾਇਰੈਕਸ਼ਨ ਰੋਟੇਸ਼ਨ ਦੀ ਚੇਂਜ ਹੁੰਦੀ ਹੈ। ਰਾਈਟ, ਤਾਂ ਟਾਰਕ ਰੋਟੇਸ਼ਨ ਜਿਹੜੀ ਹੈ ਡਿਜ਼ਾਇਰਡ ਡਾਇਰੈਕਸ਼ਨ ਦੇ ਵਿੱਚ ਨੈਚੁਰਲੀ ਸਾਨੂੰ ਮਿਲ ਗਈ, ਕਿਉਂਕਿ ਸ਼ੇਡਿੰਗ ਰਿੰਗ ਆਪਾਂ ਉਸ ਪਾਸੇ ਵਾਲੇ ਸ਼ਾਰਟ ਕੀਤੇ ਜਿੱਧਰ ਨੂੰ ਅਸੀਂ ਮੋਟਰ ਨੂੰ ਰੋਟੇਟ ਕਰਾਉਣਾ। ਠੀਕ ਹੈ, ਤੇ ਸ਼ਾਰਟ ਸਰਕਟ ਕ੍ਰੀਏਟ ਕਰਦੀ ਹੈ ਸ਼ੇਡਿੰਗ ਬੈਂਡ ਰਿੰਗ ਦਾ ਜਿਹੜੀ ਫੇਜ਼ ਸੈਂਸਿਟਿਵ ਰਿਲੇ ਹੈ। डायनेमिक रिस्पॉन्स इस मोटर का स्लोअर है एसी 2 फेस एसी मोटर नालों, इस करके 2 फेस एसी मोटर नूं ज़्यादा प्रैफर करते हैं सर्वो मोटर। तो डीसी वालियां चों परमानेंट मैगनेट पोल जिहड़ी और टॉर्क मोटर के तौर पर यूज़ होंदी आपां ने पढ़िया, तो अदरवाइज उहदे विचों जिहड़ी फील्ड कंट्रोल मैथड वाली स्प्लिट फील्ड वाली वो सब तो वधिया मोटर है, उहदे विच रिस्पॉन्स जिहड़ा ज़्यादा क्विकर है। किसी का क्वेश्चन कोई?